ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਹਾਂ ਜਿਹਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਸੀਂ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ 7 ਤੋਂ 8 ਹੋਇਆ ਕਰਦਾ ਹੈ। ਕਿਸੇ ਕਿਸਮ ਦੀ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਲੈਣਾ ਚਾਹੁੰਦੇ ਹੋ ਜਾਂ ਕੋਈ ਸਵਾਲ ਜਾਂ ਸੁਝਾਅ ਸਾਨੂੰ ਭੇਜਣਾ ਚਾਹੁੰਦੇ ਹੋ, ਸਾਡੇ ਜਿਹੜੇ ਗੈਸਟ ਆਏ ਨੇ ਸਪੈਸ਼ਲਾਈਜ਼ ਕੋਈ ਕਰਦੇ ਨੇ ਜਿਹੜੇ ਵੀ ਵਿਸ਼ੇ ਦੇ ਨਾਲ, ਉਹਨਾਂ ਨਾਲ ਕੋਈ ਰਾਏ ਮਸ਼ਵਰਾ ਜਾਂ ਸਵਾਲ ਕਰਨਾ ਚਾਹੁੰਦੇ ਆ ਤਾਂ ਨੰਬਰ ਇੱਕੋ ਹੀ ਹੈ ਸਟੂਡੀਓ ਦਾ 905 790 9099 ਸਟੂਡੀਓ ਦਾ ਨੰਬਰ ਹੈ। ਤੁਸੀਂ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਕਿਸੇ ਕਿਸਮ ਦੀ ਜਾਣਕਾਰੀ, ਸਾਡੇ ਗੈਸਟ ਦਾ ਕੋਈ ਕੰਟੈਕਟ ਨੰਬਰ ਲੈਣਾ ਚਾਹੁੰਦੇ ਆ ਤਾਂ 905 790 9099 ਦੇ ਉੱਪਰ ਕਾਲ ਕਰ ਸਕਦੇ ਆ। ਔਰ ਪ੍ਰੋਗਰਾਮ ਦੇ ਦੌਰਾਨ ਜ਼ਰੂਰ ਕਾਲ ਕਰਿਆ ਕਰੋ ਔਰ ਫੀਡਬੈਕ ਦਿਆ ਕਰੋ, ਸਵਾਲ ਸੁਝਾਅ ਜਾਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਿਆ ਕਰੋ ਤਾਂ ਕਿ ਤੁਹਾਡੇ ਤਜਰਬੇ ਹੋਰ ਜਿਹੜੀ ਕਮਿਊਨਿਟੀ ਜਾਂ ਹੋਰ ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਉਹਨਾਂ ਤੱਕ ਵੀ ਪਹੁੰਚਦੇ ਹੋ ਜਾਣ। ਔਰ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਵੇਂ ਵਿਸ਼ੇ ਦੇ ਨਾਲ ਤੁਹਾਡੀ ਸਾਂਝ ਪਵਾਈਏ, ਉੱਥੇ ਸਾਡੀ ਨਾਲ ਦੇ ਨਾਲ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਜੋ ਸਾਡੇ ਕੋਲੇ ਮਹਿਮਾਨ ਆਵੇ ਉਹਨੂੰ ਵੀ ਅਸੀਂ ਉਸੇ ਤਰੀਕੇ ਦੇ ਨਾਲ ਹਰ ਵਾਰ ਨਵੇਂ ਤਰੀਕੇ ਦੇ ਨਾਲ ਔਰ ਨਵੇਂ ਮਹਿਮਾਨ ਨੂੰ ਤੁਹਾਡੇ ਤੱਕ ਰੂਬਰੂ ਕਰੀਏ। ਇਹ ਹਮੇਸ਼ਾ ਸਾਡੀ ਕੋਸ਼ਿਸ਼ ਬਣੀ ਰਹੇਗੀ ਔਰ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਨਿਖਾਰ ਲੈ ਕੇ ਆਵਾਂਗੇ। ਹਰ ਰੋਜ਼ ਚੰਗਾ ਔਰ ਵਿਲੱਖਣ ਪ੍ਰੋਗਰਾਮ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰਿਆ ਕਰਾਂਗੇ। ਸੋ ਅੱਜ ਅਸੀਂ ਜੋ ਤੁਹਾਡੀ ਸੇਵਾ 'ਚ ਤੁਹਾਡੀ ਨਜ਼ਰ ਕਰ ਰਹੇ ਹਾਂ ਉਹ ਹੈ ਕਿ ਜਦੋਂ ਅਸੀਂ ਹਾਰਟ ਅਟੈਕ ਦੀ ਗੱਲ ਕਰਦੇ ਹਾਂ, ਸੋ ਸਾਨੂੰ ਕਈ ਵਾਰੀ ਮਹਿਸੂਸ ਵੀ ਨਹੀਂ ਹੁੰਦਾ ਕਿ ਵੀ ਕਿਸੇ ਵਿਅਕਤੀ ਨੂੰ ਜਾਂ ਸਾਡੇ ਘਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਲੱਗਦਾ ਕਿ ਵੀ ਉਹਨੂੰ ਛਾਤੀ ਦੇ ਵਿੱਚ ਅਚਾਨਕ ਦਰਦ ਹੋਣ ਲੱਗ ਗਿਆ, ਪਰ ਅਸੀਂ ਕਈ ਵਾਰੀ ਮਹਿਸੂਸ ਕਰਦੇ ਹਾਂ ਕਿ ਵੀ ਇਹ ਹੋ ਸਕਦਾ ਹੈ ਗੈਸ ਨਾ ਬਣੀ ਹੋਵੇ, ਹੋ ਸਕਦਾ ਹੈ ਐਸਿਡਿਟੀ ਕਰਕੇ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ, ਕੋਈ ਫੂਡ ਪੋਇਜ਼ਨਿੰਗ ਹੋ ਸਕਦੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਖਾਧਾ ਪੀਤਾ ਗਿਆ ਜਿਹਦੇ ਕਰਕੇ ਛਾਤੀ 'ਚ ਦਰਦ ਹੋਣ ਲੱਗ ਗਿਆ। ਪਰ ਪਰਸਨਲੀ ਮੇਰੇ ਤਜਰਬੇ ਮੁਤਾਬਕ ਜਾਂ ਲੋਕਾਂ ਤੋਂ ਇੱਧਰੋਂ ਉੱਧਰੋਂ ਜਿਹੜੇ ਸਾਡੇ ਰਿਸ਼ਤੇਦਾਰਾਂ ਦੇ ਨਾਲ ਜਾਂ ਸਾਡੇ ਆਮ ਸਮਾਜ ਦੇ ਵਿੱਚ ਵਾਪਰਦਾ ਹੈ ਕਿ ਪਤਾ ਉਦੋਂ ਲੱਗਦਾ ਕਿ ਹਾਰਟ ਅਟੈਕ ਆਇਆ ਸੀ ਤੇ ਅਚਾਨਕ ਹੀ ਮੌਤ ਹੋ ਗਈ। ਔਰ ਅਸੀਂ ਕਈ ਵਾਰੀ ਉਸ ਚੀਜ਼ ਨੂੰ ਅਣਗਹਿਲੀ ਨਾਲ ਲੈਂਦੇ ਹਾਂ ਔਰ ਕਈ ਵਾਰੀ ਅਸੀਂ ਉਹਨੂੰ ਸੀਰੀਅਸ ਨਾ ਲੈ ਕੇ ਤਾਂ ਉਸ ਇੱਕ ਕੀਮਤੀ ਜਾਨ ਨੂੰ ਹੱਥੋਂ ਗਵਾ ਬੈਠੇ। ਸੋ ਅੱਜ ਅਸੀਂ ਜੋ ਵਿਸ਼ਾ ਔਰ ਮਹਿਮਾਨ ਲੈ ਕੇ ਆਏ ਹਾਂ ਉਹ ਇਹ ਹੈ ਕਿ ਇੱਕ ਤਾਂ ਹਾਰਟ ਅਟੈਕ ਦੇ ਕਾਰਨ ਕੀ ਨੇ, ਲੱਛਣ ਕੀ ਨੇ, ਜੇ ਕਈ ਵਾਰੀ ਆਪਾਂ ਲੱਛਣਾਂ ਤੋਂ ਵੀ ਜਾਣੂ ਨਹੀਂ ਹੁੰਦੇ ਤੇ ਜੇ ਕਿਸੇ ਨੂੰ ਪ੍ਰੋਬਲਮ ਆ ਵੀ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਨੂੰ ਬਚਾਇਆ ਜਾ ਸਕਦਾ। ਇੱਕ ਤਾਂ ਇਹ ਔਰ ਨਾਲ ਦੀ ਨਾਲ ਜੋ ਅੱਜ ਸਾਡੇ ਕੋਲੇ ਮਹਿਮਾਨ ਆਏ ਆ ਉਹ ਵੇਟ ਮੈਨੇਜਮੈਂਟ ਦੇ ਵੀ ਸਪੈਸ਼ਲਾਈਜ਼ ਕਰਦੇ ਨੇ ਔਰ ਕੋਲੇਸਟ੍ਰੋਲ ਦੇ ਨਾਲ ਜੁੜੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਦੇ ਵਿੱਚ ਵੀ ਉਹ ਸਪੈਸ਼ਲਾਈਜ਼ ਕਰਦੇ ਨੇ। ਸੋ ਮੇਰੀ ਮੁਰਾਦ ਹੈ ਡਾਕਟਰ ਸ਼ਵੇਤਾ ਮਹਿਤਾ ਜੀ ਤੋਂ, ਜੋ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਪਹੁੰਚੇ ਨੇ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਰਮਨਦੀਪ ਜੀ। ਸੋ ਜੀ ਮੈਂ ਜਿਵੇਂ ਕਿ ਤੁਹਾਡੇ ਦੱਸਿਆ ਕਿ ਡਾਕਟਰ ਸਾਹਿਬ ਕਿ ਜਿਹੜੀ ਕੋਲੇਸਟ੍ਰੋਲ ਦੇ ਨਾਲ ਜੁੜੀਆਂ ਬਿਮਾਰੀਆਂ ਉਹਦੇ ਲਈ ਤੁਸੀਂ ਸਪੈਸ਼ਲਾਈਜ਼ ਕਰਦੇ ਹੋ, ਨਾਲ ਦੇ ਨਾਲ ਵੇਟ ਮੈਨੇਜਮੈਂਟ ਹੈ ਜਿਹੜਾ ਉਹਦੇ ਉੱਪਰ ਵੀ ਤੁਹਾਡੀ ਪਕੜ ਮਜ਼ਬੂਤ ਹੈ ਔਰ ਲੰਬੇ ਅਰਸੇ ਤੋਂ ਤੁਸੀਂ ਇਕੱਲੇ ਭਾਰਤ ਵਿੱਚ ਨਹੀਂ ਇੱਥੇ ਕੈਨੇਡਾ ਦੇ ਵਿੱਚ ਵੀ ਤੁਸੀਂ ਇਸ ਕਿੱਤੇ ਦੇ ਨਾਲ ਪ੍ਰੈਕਟਿਸ ਕਰ ਰਹੇ ਹੋ। ਸੋ ਥੋੜੀ ਜਿਹੀ ਜਾਣਕਾਰੀ ਮੈਂ ਹੋਰ ਜਾਣਨਾ ਚਾਹਣਾ ਕਿ ਤੁਸੀਂ ਇੱਕ ਡਾਕਟਰ ਦੇ ਤੌਰ ਤੇ ਕੈਨੇਡਾ ਦੇ ਵਿੱਚ ਕਦੋਂ ਤੋਂ ਔਰ ਕਿਸ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ। ਸਪੈਸ਼ਲਾਈਜ਼ ਤਾਂ ਤੁਸੀਂ ਵੇਟ ਮੈਨੇਜਮੈਂਟ ਤੇ ਜਾਂ ਕੋਲੇਸਟ੍ਰੋਲ ਦੀਆਂ ਬਿਮਾਰੀਆਂ ਦੇ ਵਿੱਚ ਕਰਦੇ ਹੋ, ਸੋ ਇਸ ਤੋਂ ਇਲਾਵਾ ਹੋਰ ਕੀ ਤੁਸੀਂ ਕਿਹੜੇ ਰੋਗਾਂ ਨਾਲ ਜਿਹੜਾ ਜੂਝੇ ਹੋਏ ਲੋਕਾਂ ਨੂੰ ਮਿਲਦੇ ਹੋ? ਹਾਂਜੀ, ਤੇ ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ ਆਪਾਂ ਕਹਿੰਦੇ ਆ ਕਿ ਮੈਟਾਬੋਲਿਕ ਮੈਡੀਸਨ ਹੈ। ਇਸ ਦਾ ਮਤਲਬ ਜਿਹੜੇ ਤੁਹਾਡੇ ਰੋਗ ਹੁੰਦੇ ਨੇ ਰਿਲੇਟਡ ਟੂ ਡਾਇਬੀਟੀਜ਼ ਹੋਏ, ਵੇਟ ਮੈਨੇਜਮੈਂਟ ਹੋਏ, ਕੋਲੇਸਟ੍ਰੋਲ ਤੋਂ ਜੁੜੀਆਂ ਹੋਈਆਂ ਬਿਮਾਰੀਆਂ ਹੋਈਆਂ ਜਾਂ ਆਪਾਂ ਕਹਿੰਦੇ ਇੱਕ ਹੋਰ ਹੁੰਦਾ ਸਾਡੇ ਕਿਡਨੀ ਸਟੋਨ, ਗੁਰਦੇ ਦੀ ਪੱਥਰੀ, ਤੇ ਇਹ ਸਾਰੇ ਬਿਮਾਰੀਆਂ ਦੀ ਮੈਂ ਸਪੈਸ਼ਲਾਈਜ਼ ਕਰਦੀ ਹਾਂ। ਤੇ ਮੇਰਾ ਮੇਨ ਏਮ ਹੈ, ਮੇਰਾ ਮੇਨ ਜਿਹੜਾ ਫੋਕਸ ਰਹਿੰਦਾ ਹੈ ਉਹ ਪ੍ਰੀਵੈਂਸ਼ਨ ਤੇ ਰਹਿੰਦਾ ਹੈ ਕਿ ਬਿਮਾਰੀ ਹੋ ਕੇ ਟ੍ਰੀਟ ਤਾਂ ਆਪਾਂ ਕਰ ਲੈਂਦੇ ਹਾਂ ਬਟ ਉਸ ਤੋਂ ਪਹਿਲਾਂ ਵਾਟਸ ਇੰਪੋਰਟੈਂਟ ਇਜ਼ ਕਿ ਆਪਾਂ ਉਹ ਬਿਮਾਰੀ ਹੋਣ ਹੀ ਨਾ ਦੇਈਏ, ਪਰਹੇਜ਼। ਹਾਂਜੀ, ਤੇ ਉਹ ਪ੍ਰੀਵੈਂਸ਼ਨ ਤੇ ਮੇਰਾ ਬਹੁਤ ਜ਼ਿਆਦਾ ਫੋਕਸ ਹੈ ਮੇਰੀ ਪ੍ਰੈਕਟਿਸ 'ਚ। ਡਾਕਟਰ ਸਾਹਿਬ ਤੁਸੀਂ ਕੈਨੇਡਾ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਆਪਣੀ ਬੈਕਗ੍ਰਾਉਂਡ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਤਾਂ ਕਿ ਦਰਸ਼ਕਾਂ ਨੂੰ ਇਸ ਚੀਜ਼ ਦਾ, ਕਿਉਂਕਿ ਸਭ ਨੂੰ ਹੁੰਦਾ ਕਿ ਅਸੀਂ ਜਾਣੀਏ ਡਾਕਟਰ ਨੂੰ ਕਿੰਨੀ ਕੁ ਨੌਲੇਜ ਹੈ, ਕਿੰਨੀ ਕੁ ਤਜਰਬਾ
ਹੈ ਔਰ ਕਿੰਨੇ ਕੁ ਸਾਨੂੰ ਜੋ ਦੱਸਣਗੇ ਕਿ ਉਹ ਸਾਡੇ ਲਾਹੇਵੰਦ ਹੈ। ਹਾਂਜੀ ਬਿਲਕੁਲ ਜੀ। ਤੇ ਮੈਂ ਆਪਣੀ MBBS ਮੈਂ ਇੰਡੀਆ ਤੋਂ ਕੀਤੀ ਸੀ, ਲੇਡੀ ਹਾਰਡਿੰਗ ਮੈਡੀਕਲ ਕਾਲਜ ਦਿੱਲੀ 'ਚ, ਤੇ ਉਸ ਤੋਂ ਬਾਅਦ ਮੈਂ ਉੱਥੇ ਆਪਣੀ MD ਵੀ ਕੀਤੀ ਸੀ। ਦਿੱਲੀ ਦਾ ਇੱਕ ਹੋਰ ਕਾਲਜ ਹੈ ਯੂਨੀਵਰਸਿਟੀ ਕਾਲਜ ਆਫ ਮੈਡੀਕਲ ਸਾਇੰਸਿਸ ਉੱਥੇ। ਫਿਰ ਉਸ ਤੋਂ ਬਾਅਦ ਅਸੀਂ UK ਚਲੇ ਗਈ ਸੀ ਮੈਂ ਸ਼ਾਦੀ ਤੋਂ ਬਾਅਦ, ਤੇ ਮੈਂ 10 ਸਾਲ UK ਰਹੀ ਹਾਂ, ਤੇ ਮੈਂ ਆਪਣੀ ਪੂਰੀ ਟ੍ਰੇਨਿੰਗ ਰੈਜ਼ੀਡੈਂਸੀ ਉੱਥੇ ਕੀਤੀ ਹੈ। ਉੱਥੇ ਫਿਰ ਇਹ ਜਿਹੜਾ ਸਪੈਸ਼ਲਾਈਜੇਸ਼ਨ ਹੈ ਅਸੀਂ ਉਹਨੂੰ ਕੈਮੀਕਲ ਪੈਥੋਲੋਜੀ ਐਂਡ ਮੈਟਾਬੋਲਿਕ ਮੈਡੀਸਨ ਕਹਿੰਦੇ ਹਾਂ, ਉਹਦੇ 'ਚ ਮੈਂ ਆਪਣੀ ਰੈਜ਼ੀਡੈਂਸੀ ਕੀਤੀ। ਤੇ ਅਸੀਂ ਹੁਣ ਕੈਨੇਡਾ ਮੈਨੂੰ ਆਏ ਹੋਏ ਹੋ ਗਏ ਹੁਣ 5 ਸਾਲ ਹੋ ਗਏ ਨੇ, ਤੇ ਮੈਂ ਪਿਛਲੇ 2-3 ਸਾਲ ਤੋਂ ਇੱਥੇ ਪ੍ਰੈਕਟਿਸ ਕਰ ਰਹੀ ਹਾਂ ਬਰੈਂਪਟਨ 'ਚ ਤੇ ਮਾਰਕਹਮ 'ਚ। ਤੇ ਨਿਊ ਮਾਰਕੀਟ ਹੈ ਟੋਰਾਂਟੋ ਦੇ ਲਾਗੇ ਇੱਕ ਹੋਰ ਸ਼ਹਿਰ, ਤੇ ਉੱਥੇ ਸਾਊਥ ਲੇਕ ਹਸਪੀਟਲ ਹੈ, ਉੱਥੇ ਵੀ ਮੈਂ ਇਹਨਾਂ ਚੀਜ਼ਾਂ ਦੀ ਜਿਹੜੇ ਆਪਾਂ ਗੱਲ ਕੀਤੀ ਉਹਨਾਂ ਦੀ ਪ੍ਰੈਕਟਿਸ ਕਰ ਰਹੀ ਹਾਂ ਜੀ। ਸੋ ਦਰਸ਼ਕੋ, ਤੁਹਾਨੂੰ ਵੀ ਮੈਂ ਤਾਕੀਦ ਕਰ ਦਵਾਂ ਕਿ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਔਰ ਬਹੁਤ ਹੀ ਸੁਲਝੇ ਹੋਏ ਡਾਕਟਰ ਸਾਡੇ ਕੋਲ ਅੱਜ ਪਹੁੰਚੇ ਨੇ। ਇਕੱਲੇ ਭਾਰਤ ਵਿੱਚ ਹੀ ਨਹੀਂ, ਇਹਨਾਂ ਨੇ UK ਦੇ ਵਿੱਚ ਵੀ ਇੱਕ ਚੰਗੇ ਮਾਹਿਰ ਦੇ ਤੌਰ ਤੇ ਜਿਹੜਾ ਆਪਣੀਆਂ ਸੇਵਾਵਾਂ ਨਿਭਾ ਕੇ ਆਏ ਆ, ਔਰ ਕੈਨੇਡਾ ਦੇ ਵਿੱਚ ਪਿਛਲੇ 5-6 ਸਾਲ ਤੋਂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਵੀ ਹੈ। ਤਾਂ ਕਿਸੇ ਕਿਸਮ ਦੀ ਜਾਣਕਾਰੀ, ਸਵਾਲ ਜਾਂ ਤੁਸੀਂ ਕਿਸੇ ਆਸੇ-ਪਾਸੇ ਵਾਪਰਦੀ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਅੱਜ ਸਾਂਝੀਆਂ ਕਰਾਂਗੇ, ਤੁਸੀਂ ਕਾਪੀ ਪੈਨ ਵੀ ਆਪਣਾ ਨੋਟ ਰੱਖਿਓ, ਕਿਉਂਕਿ ਅੱਜ ਨੁਕਤਿਆਂ ਦੇ ਬਾਰੇ ਵੀ ਦੱਸਣਗੇ ਵੀ ਕਿਹੜੇ-ਕਿਹੜੇ ਨੁਕਤਿਆਂ ਦੇ ਨਾਲ, ਪਰਹੇਜ਼ ਦੇ ਨਾਲ ਤੁਸੀਂ ਆਪਣੇ ਅਜ਼ੀਜ਼ ਦੀ ਜਾਨ ਬਚਾ ਸਕਦੇ ਹੋ। ਸੋ ਕਿਸੇ ਕਿਸਮ ਦਾ ਸਵਾਲ ਹੋਇਆ ਤਾਂ 905 790 9099 ਸਟੂਡੀਓ ਦਾ ਨੰਬਰ ਹੈ। ਇਹੀ ਨੰਬਰ ਸਕਰੀਨ ਦੇ ਉੱਪਰ ਫਲੈਸ਼ ਵੀ ਹੋਇਆ। ਸੋ ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵੀ ਕੋਲੇਸਟ੍ਰੋਲ, ਕਿਉਂਕਿ ਮੈਂ ਕੋਲੇਸਟ੍ਰੋਲ ਤੋਂ ਤਾਂ ਸ਼ੁਰੂ ਕਰ ਰਿਹਾ ਕਿਉਂਕਿ ਬਹੁਤੀਆਂ ਬਿਮਾਰੀਆਂ ਇਹਦੇ ਨਾਲ ਜੁੜੀਆਂ ਹੋਈਆਂ। ਸੋ ਕੋਲੇਸਟ੍ਰੋਲ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਬਿਮਾਰੀਆਂ ਨੇ, ਇਸ ਤੋਂ ਪਹਿਲਾਂ ਕਿ ਇਹ ਹੋਵੇ ਨਾ, ਅਸੀਂ ਕੋਲੇਸਟ੍ਰੋਲ ਨੂੰ ਬਣਨ ਤੋਂ ਜਾਂ ਕੋਲੇਸਟ੍ਰੋਲ ਨੂੰ ਕਿਸ ਤਰੀਕੇ ਦੇ ਨਾਲ ਪਹਿਲਾਂ ਹੀ ਰੋਕ ਸਕਦੇ ਹਾਂ? ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਿ ਸਾਨੂੰ ਉਹ ਚੀਜ਼ ਜਿਹੜੀ ਆਵੇ ਹੀ ਨਾ ਸਰੀਰ ਦੇ ਵਿੱਚ। ਹਾਂਜੀ, ਤੇ ਦੇਖੋ ਜੀ, ਕੋਲੇਸਟ੍ਰੋਲ ਪਹਿਲੇ ਹੁੰਦਾ ਕੀ ਹੈ? ਕੋਲੇਸਟ੍ਰੋਲ ਇੱਕ ਤਰ੍ਹਾਂ ਦੀ ਚਿਕਨਾਈ ਹੈ ਜਿਹੜੀ ਸਾਡੀ ਬਾਡੀ 'ਚ ਬਣਦੀ ਹੈ ਜੀ, ਤੇ ਇਹ ਸਾਡੀ ਬਾਡੀ ਲਈ ਬਹੁਤ ਜ਼ਰੂਰੀ ਹੈ, ਠੀਕ ਹੈ, ਬਟ ਬੜੇ ਹੀ ਥੋੜੇ ਜਿਹੇ ਅਮਾਉਂਟ 'ਚ। ਅੱਛਾ, ਮਤਲਬ ਘੱਟ ਮਾਤਰਾ 'ਚ, ਹੈ ਨਾ। ਤੇ ਪ੍ਰੋਬਲਮ ਸ਼ੁਰੂ ਹੁੰਦੀ ਹੈ ਜਦੋਂ ਇਹ ਜ਼ਰੂਰਤ ਤੋਂ ਜ਼ਿਆਦਾ ਹੋ ਜਾਏ ਬਾਡੀ 'ਚ। ਉਹਦੇ ਕਾਫੀ ਰੀਜ਼ਨਸ ਹੋ ਸਕਦੇ ਆ, ਆਪਾਂ ਇੱਕ ਇੱਕ ਕਰਕੇ ਗੱਲ ਕਰਾਂਗੇ ਉਹਨਾਂ ਦੇ, ਬਟ ਪ੍ਰੋਬਲਮ ਉਸ ਤੋਂ ਸਭ ਤੋਂ ਬੜੀ ਜੋ ਪ੍ਰੋਬਲਮ ਹੁੰਦੀ ਹੈ ਉਹ ਇਹ ਹੈ ਕਿ ਜਦ ਇਹ ਜਿਹੜੇ ਸਾਡੇ ਬਲੱਡ ਵੈਸਲਸ ਨੇ, ਬਲੱਡ ਵੈਸਲ ਮਤਲਬ ਜਿਹੜੀ ਨਾੜੀਆਂ ਨੇ ਜਿਹੜੀ ਬਲੱਡ ਸਪਲਾਈ ਕਰਦੀਆਂ ਸਾਡੀ ਬਾਡੀ 'ਚ, ਉੱਥੇ ਜਾ ਕੇ ਇਹ ਜੰਮ ਜਾਂਦਾ ਹੈ ਤੇ ਉੱਥੇ ਉਹਨਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਖੂਨ ਸਾਡਾ ਜਾਂਦਾ ਨਹੀਂ ਉਹ ਨਾੜੀਆਂ 'ਚੋਂ। ਬਲੌਕੇਜ ਕਹਿੰਦੇ ਆ, ਬਿਲਕੁਲ ਠੀਕ ਜੀ, ਹੈ ਨਾ। ਬਲੌਕੇਜ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਆਪਾਂ ਕੋਲੇਸਟ੍ਰੋਲ ਕਰਕੇ ਬਹੁਤ ਕੇਅਰਫੁਲ ਰਹਿੰਦੇ ਹਾਂ, ਕਿਉਂਕਿ ਸਾਨੂੰ ਜਿਵੇਂ ਤੁਸੀਂ ਦੱਸਿਆ ਸਭ ਤੋਂ ਮੇਨ ਜਿਹੜਾ ਉਹਦਾ ਸਿੰਪਟਮ ਹੈ ਉਹ ਹਾਰਟ ਅਟੈਕ ਹੈ। ਜੇ ਹਾਰਟ 'ਚ ਜਿਹੜੀ ਜਾ ਰਹੀਆਂ ਨੇ ਨਾੜੀਆਂ ਉਹ ਬਲੌਕ ਹੋ ਗਈਆਂ ਤੇ ਹਾਰਟ ਅਟੈਕ ਹੁੰਦਾ ਹੈ। ਬਟ ਨਾਟ ਓਨਲੀ ਦੈਟ, ਇਹ ਸਾਡੀ ਵੱਡੀ ਨਾੜੀਆਂ ਨੇ ਜਿਹੜੀ ਬ੍ਰੇਨ ਨੂੰ ਸਪਲਾਈ ਕਰਦੀਆਂ ਨੇ, ਪਲੱਸ ਬ੍ਰੇਨ ਦੇ ਅੰਦਰ ਨਾੜੀਆਂ ਨੇ ਛੋਟੀ ਛੋਟੀ ਜਿਹੜੀ, ਉਹ ਜੇ ਉਹ ਬਲੌਕ ਹੋ ਜਾਂਦੀਆਂ ਨੇ ਤੇ ਸਟ੍ਰੋਕ ਦੀ ਵੀ ਬਿਮਾਰੀ ਹੁੰਦੀ ਹੈ ਨਾ। ਉਹੀ ਨਹੀਂ, ਇਹ ਜੇ ਕਲੌਟ ਤੁਹਾਡੀ ਲੱਤਾਂ 'ਚ ਚਲੇ ਜਾਣ ਤੇ ਲੱਤਾਂ ਦੀ ਬਲੱਡ ਸਪਲਾਈ ਰੁਕ ਜਾਂਦੀ ਹੈ, ਹੌਲੀ ਹੌਲੀ ਉਹ ਇੰਨੀ ਘੱਟ ਹੋ ਜਾਂਦੀ ਹੈ ਕਿ ਕਈ ਵਾਰੀ ਐਂਪੂਟੇਸ਼ਨ ਵੀ ਕਰਾਉਣੀ ਪੈਂਦੀ ਹੈ, ਠੀਕ ਹੈ। ਇਹ ਤਾਂ ਹੋ ਗਈ ਜਿਵੇਂ ਮੇਨ ਸਾਨੂੰ ਦਿਖਦੀਆਂ ਨੇ, ਠੀਕ ਹੈ। ਹੋਰ ਜਿਹੜੀ ਸਾਨੂੰ ਪਤਾ ਨਹੀਂ ਚੱਲਦੀ ਕਿਵੇਂ ਕਈ ਵਾਰ ਹੁੰਦਾ, ਜਿਹੜੀ ਸਾਡੀ ਆਂਤੜੀਆਂ ਨੇ, ਇੰਟੈਸਟਾਈਨ ਨੇ, ਉਹਦੇ 'ਚ ਜਾ ਕੇ ਕਲੌਟ ਜਮਾ ਹੋ ਗਿਆ, ਉਹ ਫਿਰ ਇੱਕ ਮੈਡੀਕਲ ਐਮਰਜੈਂਸੀ ਹੁੰਦੀ ਹੈ, ਜਾਨਲੇਵਾ ਹੁੰਦੀ ਹੈ, ਕਿਉਂਕਿ ਸਾਰੀ ਤੁਹਾਡੀ ਜਿਹੜੀ ਆਂਤੜੀਆਂ ਨੇ ਉਹ ਇੱਕਦਮ ਗਲਣ ਲੱਗਣੀ ਹੈ ਕਿਉਂਕਿ ਉੱਥੇ ਬਲੱਡ ਨਹੀਂ ਜਾ ਰਿਹਾ। ਸਿਮਿਲਰਲੀ ਅੱਖਾਂ 'ਚ ਕਈ ਵਾਰ ਕਲੌਟ ਚਲੇ ਜਾਂਦੇ ਨੇ ਤੇ ਇੱਕ ਵਾਰ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ। ਸਿਮਿਲਰਲੀ ਜਿਵੇਂ ਮੈਨ ਹੁੰਦੇ ਨੇ, ਉਹਨਾਂ ਦੇ ਸੈਕਸ਼ੂਅਲ ਆਰਗਨ 'ਚ ਜੇ ਕਲੌਟ ਚਲੇ ਜਾਣ ਤੇ ਸੈਕਸ਼ੂਅਲ ਪ੍ਰੋਬਲਮਸ ਹੋ ਸਕਦੀਆਂ। ਤੇ ਕੋਲੇਸਟ੍ਰੋਲ ਦਾ ਮੇਨ ਅਸੀਂ ਜਿਵੇਂ ਜਾਣਦੇ ਹਾਂ ਹਾਰਟ ਅਟੈਕ ਜਾਣਦੇ ਹਾਂ, ਬਟ ਜਿਵੇਂ ਮੈਂ ਹੁਣ ਦੱਸਿਆ ਦੇਰ ਆਰ ਲੋਟਸ ਆਫ ਅਦਰ ਥਿੰਗਸ ਜੋ ਇਫੈਕਟ ਹੋ ਸਕਦੀਆਂ ਕੋਲੇਸਟ੍ਰੋਲ ਨਾਲ। ਸੋ ਕੋਲੇਸਟ੍ਰੋਲ ਇਹਦਾ ਮਤਲਬ ਵੀ ਬਹੁਤ ਹਾਨੀਕਾਰਕ ਹੈ ਜਾਂ ਕਹਿ ਲਓ ਖਤਰਨਾਕ ਹੈ। ਯੈਸ, ਟੂ ਸਮ ਐਕਸਟੈਂਟ। ਉਹ ਮੈਂ ਕਿਹਾ ਹੈ ਕਿ ਥੋੜੇ ਅਮਾਊਂਟ 'ਚ ਬਾਡੀ ਨੂੰ ਚਾਹੀਦਾ ਹੈ। ਬਾਡੀ ਆਪਣੀ ਜਿਹੜੇ ਸਾਡੀ ਬਾਡੀ ਦਾ ਮੇਕਅਪ ਹੈ ਉਹ ਕੋਲੇਸਟ੍ਰੋਲ ਤੇ ਡਿਪੈਂਡੈਂਟ ਹੈ, ਬਟ ਜੇ ਜ਼ਿਆਦਾ ਹੋ ਜਾਂਦਾ ਹੈ ਤੇ ਉਹ ਨਾ, ਕੋਲੇਸਟ੍ਰੋਲ ਆਪਣੇ 'ਚ ਬੁਰਾ ਨਹੀਂ ਹੈ। ਕੋਲੇਸਟ੍ਰੋਲ ਕਾਫੀ ਤਰ੍ਹਾਂ ਦਾ ਹੁੰਦਾ ਹੈ, ਪ੍ਰਕਾਰ ਦਾ ਹੁੰਦਾ ਹੈ, ਤੇ ਆਪਾਂ ਮੇਨ ਦੋ ਦੀ ਗੱਲ ਕਰਾਂਗੇ। ਇੱਕ ਹੁੰਦਾ ਹੈ ਆਪਾਂ ਕਹਿੰਦੇ ਆ HDL ਜਾਂ ਗੁੱਡ ਕੋਲੇਸਟ੍ਰੋਲ, ਇੱਕ ਹੁੰਦਾ ਹੈ LDL ਜਾਂ ਬੈਡ ਕੋਲੇਸਟ੍ਰੋਲ। LDL ਬੈਡ ਹੋ ਗਿਆ
HDN ਜਿਹੜਾ ਉਹ ਸਹੀ HDL ਤੁਸੀਂ ਯਾਦ ਰੱਖੋ, H ਮੈਨੇ ਹੈਪੀ ਮੈਨੇ ਗੁੱਡ, ਠੀਕ ਹੈ, ਤੇ HDL ਤੇ HDL ਤੁਹਾਡਾ ਜ਼ਿਆਦਾ ਹੋਣਾ ਚਾਹੀਦਾ ਹੈ। ਉਹ ਕੀ ਕਰਦਾ, ਜਿਹੜਾ ਕੋਲੇਸਟ੍ਰੋਲ ਜੰਮਿਆ ਹੋਇਆ ਸਾਡੀ ਨਾੜੀਆਂ ਨੂੰ ਉਹ ਵਾਪਸ ਲੈ ਜਾਂਦਾ ਸਾਡੇ ਲਿਵਰ 'ਚ ਤੇ ਉਹਨੂੰ ਬ੍ਰੇਕ ਡਾਊਨ ਕਰਾ ਦਿੰਦਾ ਹੈ। ਬਟ ਜਿਹੜਾ LDL ਹੈ, ਜਿਹੜਾ ਬੈਡ ਕੋਲੇਸਟ੍ਰੋਲ ਹੈ, ਉਹ ਜਾ ਕੇ ਜੰਮ ਦਿੰਦਾ ਹੈ ਤੇ ਸਾਡੀ ਬਲੋਕੇਜ ਕਰਾਉਂਦਾ ਹੈ। ਤੇ ਇਸ ਲਈ ਕੋਲੇਸਟ੍ਰੋਲ ਐਸ ਸੱਚ ਬੁਰਾ ਨਹੀਂ, ਬਟ ਜੇ ਤੁਹਾਡੇ 'ਚ LDL ਜ਼ਿਆਦਾ ਹੈ ਤੇ HDL ਘੱਟ ਹੈ ਫਿਰ ਪ੍ਰੋਬਲਮ ਹੁੰਦੀ ਹੈ। ਸੋ ਮੈਡਮ ਇਹ ਵੀ ਨਾਲ ਦੀ ਨਾਲ ਹੁਣ ਜਦੋਂ ਤੁਸੀਂ ਇੰਨੀ ਬਰੀਕੀ ਦੇ ਨਾਲ ਸਮਝਾਇਆ ਸਾਨੂੰ ਕਿ HDN ਤੇ LDN ਦਾ ਮਤਲਬ, ਨਾਲ ਦੀ ਨਾਲ ਇਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਜਾਣਨਾ ਪਾਓ ਕਿ ਕਿਹੜੀਆਂ ਚੀਜ਼ਾਂ ਸਾਡੇ ਖਾਣ ਦੇ ਨਾਲ ਜਿਹੜਾ ਬੈਡ ਕੋਲੇਸਟ੍ਰੋਲ ਆ ਸਾਡੀ ਬਾਡੀ ਦੇ ਵਿੱਚ ਚਲਾ ਜਾਂਦਾ ਹੈ, ਕਿਹੜੀਆਂ ਚੀਜ਼ਾਂ ਨੂੰ ਸਾਨੂੰ ਬਚਾ ਸਕਦੀਆਂ ਕਿ ਅਸੀਂ ਉਹਨਾਂ ਚੀਜ਼ਾਂ ਤੋਂ, ਕਿਉਂਕਿ ਖਾਣ ਪੀਣ ਦੇ ਨਾਲ ਹੀ ਕੋਲੇਸਟ੍ਰੋਲ ਨੇ ਵਧਣਾ ਹੈ। ਹਾਂਜੀ, ਕਿ ਹੋਰ ਵੀ ਕਾਰਨ ਹੁੰਦੇ, ਹੋਰ ਵੀ ਕਾਰਨ ਨੇ। ਚਲੋ ਇਸ ਤੋਂ ਪਹਿਲਾਂ ਕਿ ਮੈਂ ਹੋਰ ਕਾਰਨ ਜਾਣਨਾ, ਪਹਿਲਾਂ ਮੈਂ ਇਹ ਜਾਣਨਾ ਚਾਹਣਾ ਕਿ ਵੀ ਖਾਣ ਪੀਣ ਦੇ ਕਿਹੜੀਆਂ ਚੀਜ਼ਾਂ ਨੂੰ ਕੰਟਰੋਲ ਕਰੀਏ ਕਿ ਕੋਲੇਸਟ੍ਰੋਲ ਜਿਹੜਾ ਬੈਡ ਕੋਲੇਸਟ੍ਰੋਲ ਹੈ ਉਹ ਸਾਡੀ ਬਾਡੀ ਦੇ ਵਿੱਚ ਨਾ ਜਾਵੇ। ਠੀਕ ਹੈ ਜੀ, ਬਹੁਤ ਵਧੀਆ ਸਵਾਲ ਹੈ, ਕਿਉਂਕਿ ਦੇਖੋ ਕੋਲੇਸਟ੍ਰੋਲ ਜਿਵੇਂ ਮੈਂ ਕਿਹਾ ਇੱਕ ਟਾਈਪ ਦਾ ਫੈਟ ਹੈ, ਚਿਕਨਾਈ ਹੈ, ਤੇ ਸਾਡੇ ਬਾਡੀ 'ਚ ਫੈਟ ਤੇ ਸ਼ੂਗਰ ਦੋ ਚੀਜ਼ਾਂ ਬੜੇ ਨਾਲ ਹੱਥ ਪਕੜੇ ਹੋਏ ਚੱਲਦੀਆਂ ਨੇ, ਠੀਕ ਹੈ, ਪੈਰਲਲ ਚੱਲਦੀਆਂ ਨੇ। ਇੱਕ ਤਾਂ ਹੈ ਜੇ ਆਪਾਂ ਬਹੁਤ ਜ਼ਿਆਦਾ ਤਲਿਆ ਹੋਇਆ ਘੀ ਤੇਲ ਖਾ ਰਹੇ ਹਾਂ ਤਾਂ ਆਬਵੀਅਸਲੀ ਕੋਲੇਸਟ੍ਰੋਲ ਵੱਧ ਰਿਹਾ ਹੈ, ਠੀਕ ਹੈ। ਐਟ ਦ ਸੇਮ ਟਾਈਮ ਜੇ ਤੁਸੀਂ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਖਾ ਰਹੇ ਹੋ, ਠੀਕ ਹੈ, ਸਟਾਰਚ ਖਾ ਰਹੇ ਹੋ, ਅਨਾਜ ਖਾ ਰਹੇ ਹੋ, ਸ਼ੂਗਰ ਖਾ ਰਹੇ ਹੋ, ਐਕਸਟਰਾ ਸ਼ੂਗਰ ਬਾਡੀ ਨੇ ਥੋੜੀ ਜਿਹੀ ਯੂਜ਼ ਕਰ ਲਈ, ਬਾਕੀ ਸ਼ੂਗਰ ਦਾ ਕੀ ਹੋਇਆ, ਸਾਰੀ ਫੈਟ ਬਣਾ ਕੇ ਸਟੋਰ ਕਰ ਲਈ ਤੇ ਉਹ ਫੈਟ ਫਿਰ ਕੋਲੇਸਟ੍ਰੋਲ 'ਚ ਬਦਲ ਜਾਂਦਾ ਹੈ। ਅੱਛਾ, ਫੈਟ ਕੋਲੇਸਟ੍ਰੋਲ 'ਚ, ਹਾਂਜੀ, ਤੇ ਉਹੀ ਮੈਂ ਕਹਿ ਰਹੀ ਹਾਂ ਬੜਾ ਪੈਰਲਲ ਤੇ ਹੱਥ ਫੜਿਆ ਹੋਇਆ ਦੋਨੋਂ ਦਾ ਹੈ। ਤੇ ਜਦੋਂ ਆਪਾਂ ਡਾਈਟ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਕਿ ਨਾਟ ਓਨਲੀ ਤੁਸੀਂ ਘੱਟ ਘੀ ਤੇਲ ਘਿਓ ਖਾਣਾ ਹੈ, ਤੁਸੀਂ ਆਪਣਾ ਕਾਰਬੋਹਾਈਡਰੇਟ ਵੀ ਲਿਮਿਟ ਰੱਖਣਾ ਹੈ। ਅੱਛਾ, ਮਤਲਬ ਜਿਵੇਂ ਆਪਾਂ ਹੁਣ ਸਾਡੇ ਸਾਊਥ ਏਸ਼ੀਅਨ ਦੇ ਵਿੱਚ ਹੈਗਾ ਕਿ ਵੀ ਅਸੀਂ ਰੋਟੀਆਂ ਜ਼ਿਆਦਾ ਖਾਂਦੇ, ਰੋਟੀ ਦਾ ਬਿਲਕੁਲ ਜੀ, ਮੈਦਾ ਜ਼ਿਆਦਾ ਹੋ ਗਿਆ, ਬਿਲਕੁਲ ਹੋ ਗਿਆ ਜੀ, ਤੇ ਉਸ ਤੋਂ ਬਾਅਦ ਬੇਸਨ, ਮਤਲਬ ਸਾਰਾ ਕੁਝ ਇੱਕ ਇਹ ਕਾਰਨ ਜਿਹੜਾ ਕਾਰਬੋਹਾਈਡਰੇਟ ਦੇ, ਬਿਲਕੁਲ ਜੀ, ਬਿਲਕੁਲ ਠੀਕ ਕਹਿ ਰਹੇ ਤੁਸੀਂ। ਤੇ ਇਹ ਆਪਣੀ ਮੇਨ ਚੀਜ਼ਾਂ ਨੇ। ਇਸ ਤੋਂ ਫਿਰ ਆਪਾਂ ਕਹਿੰਦੇ ਆ ਕਿ ਇਫ ਯੂ ਵਾਂਟ ਟੂ ਡਿਕਰੀਜ਼ ਇਟ, ਜੇ ਘੱਟ ਕਰਨਾ ਤੁਸੀਂ, ਤੇ ਫਿਰ ਤੁਸੀਂ ਆਪੋਜ਼ਿਟ ਖਾਓ। ਕੀ ਖਾਓਗੇ? ਯੂ ਹੈਵ ਟੂ ਈਟ ਲੋਟਸ ਆਫ ਫਰੈਸ਼ ਫੂਡਸ ਐਂਡ ਵੈਜੀਟੇਬਲਸ, ਹੈ ਨਾ, ਉਹ ਬਹੁਤ ਜ਼ਰੂਰੀ ਹੈ। ਆਪਣੀ ਰੋਟੀ ਇੱਕ ਜਾਂ ਦੋ ਤੋਂ ਨਹੀਂ ਖਾਓ ਜ਼ਿਆਦਾ। ਜਿਹੜਾ ਤੁਸੀਂ ਘਿਓ ਜਾਂ ਤੇਲ, ਇੱਕ ਜਾਂ ਦੋ ਰੋਟੀ ਦਾ ਮਤਲਬ ਕੀ ਕਿ ਪੂਰੇ ਦਿਨ ਦੇ ਵਿੱਚ? ਨਹੀਂ, ਪਰ ਮੀਲ ਮੈਂ ਗੱਲ ਕਰ ਰਹੀ ਹਾਂ। ਦੇਖੋ ਇਹ ਤੁਸੀਂ ਕਿੰਨੀ ਖਾਓਗੇ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਐਕਟੀਵਿਟੀ ਲੈਵਲਸ ਕਿੰਨੇ ਨੇ, ਹੈ ਨਾ। ਤੇ ਤੁਸੀਂ ਫਿਜ਼ੀਕਲੀ ਬਹੁਤ ਐਕਟਿਵ ਕੰਮ ਕਰ ਰਹੇ ਹੋ ਸਾਰਾ, ਤੇ ਫਿਰ ਆਫ ਕੋਰਸ ਤੁਸੀਂ ਜ਼ਿਆਦਾ ਖਾ ਸਕਦੇ ਹੋ। ਬਟ ਜੇ ਤੁਹਾਡਾ ਮੋਸਟਲੀ ਸਿਟਿੰਗ ਜੌਬ ਹੈ, ਡੈਸਕ ਜੌਬ ਹੈ, ਜਿਵੇਂ ਮੇਰੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਨੇ ਸਾਡੀ ਕਮਿਊਨਿਟੀ ਦੇ ਜਿਨ੍ਹਾਂ ਦਾ ਕੋਲੇਸਟ੍ਰੋਲ ਵਧਿਆ ਹੋਇਆ ਹੈ, ਐਂਡ ਦੇ ਆਰ ਆਲ ਵੈਰੀ ਥਿਨ ਪੀਪਲ, ਰਾਈਟ, ਬਟ ਉਹਨਾਂ ਦੀ ਡਾਇਟ ਠੀਕ ਨਹੀਂ ਹੈ, ਜਾਂ ਉਹ ਸਾਰਾ ਦਿਨ ਸਿਡੈਂਟਰੀ ਬੈਠਦੇ ਨੇ। ਕੋਈ IT 'ਚ ਕੰਮ ਕਰਦਾ ਹੈ, ਕੋਈ ਟਰੱਕ ਡਰਾਈਵਰ ਹੈ, ਰਾਈਟ, ਸੋ ਦੇ ਸਿਟ ਐਂਡ ਦੈਨ ਦੇ ਈਟ, ਤੇ ਉਹਨਾਂ ਦੀ ਡਾਇਟ ਬੈਲੈਂਸਡ ਨਹੀਂ ਹੈ। ਤੇ ਆਪਾਂ ਕਹਿੰਦੇ ਇੱਕ ਬੈਲੈਂਸ ਡਾਇਟ ਖਾਓ, ਉਹਦੇ 'ਚ ਤੁਹਾਡੇ ਖੂਬ ਸਾਰਾ ਸੈਲਡ ਹੋਣਾ ਚਾਹੀਦਾ ਹੈ, ਫਰੈਸ਼ ਫਰੂਟਸ ਵੈਜੀਟੇਬਲਸ ਹੋਣਾ ਚਾਹੀਦਾ ਹੈ। ਇੱਕ ਜਿਵੇਂ ਤੁਸੀਂ ਇੱਕ ਇਮੇਜਿਨ ਕਰੋ ਤੁਹਾਡੇ ਸਾਹਮਣੇ ਇੱਕ ਪਲੇਟ ਹੈ, ਠੀਕ ਹੈ, ਅੱਧੀ ਪਲੇਟ ਤੁਹਾਡੀ ਫਰੂਟਸ ਐਂਡ ਵੈਜੀਟੇਬਲਸ ਦੀ ਹੈ, ਅੱਧੀ ਪਲੇਟ ਫਰੂਟਸ ਐਂਡ ਵੈਜੀਟੇਬਲਸ ਦੀ ਹੈ, ਤੇ ਬਾਕੀ ਜਿਹੜੀ ਅੱਧੀ ਬਚੀ ਉਹਨੂੰ ਫੇਰ ਅੱਧਾ ਕਰ ਦਿਓ, ਠੀਕ ਹੈ। ਤੇ 1/4 ਜਿਹੜੀ ਪਲੇਟ ਬਚੀ ਉਹਨਾਂ ਕਾਰਬੋਹਾਈਡਰੇਟ ਖਾਣਾ ਤੁਸੀਂ। ਕਾਰਬੋਹਾਈਡਰੇਟ ਮਤਲਬ ਰੋਟੀ ਵਗੈਰਾ, ਰੋਟੀ ਉਹਦੇ 'ਚ ਕਿੰਨੀ ਕਾਏਗੀ? 1/4 ਪਲੇਟ, ਇੱਕ ਜਾਂ ਦੋ ਰੋਟੀ ਤੋਂ ਜ਼ਿਆਦਾ ਨਹੀਂ ਆਉਂਦੀ। ਇੱਕ ਕੜਛੀ ਚਾਵਲ, ਹਾਂ, ਇੱਕ ਕੜਛੀ ਚਾਵਲ ਤੋਂ ਨਹੀਂ ਜ਼ਿਆਦਾ ਆਏਗੇ, ਬਸ ਉਹਨਾਂ ਦਾ ਹੀ ਚਾਹੀਦਾ ਹੁੰਦਾ ਹੈ। ਤੇ ਬਾਕੀ ਜਿਹੜਾ 1/4 ਬਚਿਆ ਉਹ ਅਸੀਂ ਕਹਿੰਦੇ ਆ ਪ੍ਰੋਟੀਨ ਖਾਣਾ ਹੈ। ਪ੍ਰੋਟੀਨ ਦੇ ਵਿੱਚ ਕੀ ਹੋ ਸਕਦਾ? ਪ੍ਰੋਟੀਨ 'ਚ ਤੁਹਾਡਾ ਹੁੰਦਾ ਹੈ ਜੀ, ਜਿਵੇਂ ਆਪਾਂ ਜੇ ਪਲਾਂਟ ਬੇਸਡ ਦੀ ਗੱਲ ਕਰੀਏ ਤੇ ਸਾਰੀ ਦਾਲਾਂ, ਬੀਨਸ, ਰਾਜਮਾ, ਛੋਲੇ, ਤੇ ਜਿਹੜੇ ਲੋਕ ਦੁੱਧ ਦਹੀਂ ਖਾਂਦੇ ਆ ਤੇ ਦੁੱਧ ਦਹੀਂ 'ਚ ਪ੍ਰੋਟੀਨ ਹੁੰਦਾ ਹੈ, ਪਨੀਰ 'ਚ ਪ੍ਰੋਟੀਨ ਹੁੰਦਾ ਹੈ। ਤੇ ਜੇ ਤੁਸੀਂ ਨਾਨ ਵੈਜ ਖਾਂਦੇ ਹੋ ਤਾਂ ਫਿਰ ਜਿਵੇਂ ਹੋਇਆ, ਅਸੀਂ ਕਹਿੰਦੇ ਆ ਕਿ ਜੇ ਖਾਣਾ ਹੀ ਹੈ ਤਾਂ ਕੋਸ਼ਿਸ਼ ਕਰੋ ਰੈੱਡ ਮੀਟ, ਜਿਵੇਂ ਆਪਣਾ ਮਾਸ ਜ਼ਿਆਦਾ ਨਹੀਂ ਖਾਓ, ਚਿਕਨ ਖਾਓ। ਫਿਸ਼ ਬਹੁਤ ਅੱਛੀ ਹੈ ਕੋਲੇਸਟ੍ਰੋਲ ਲਈ, ਤੇ ਜਿਹੜੇ ਲੋਕ ਫਿਸ਼ ਖਾਂਦੇ ਨੇ ਅਸੀਂ ਕਹਿੰਦੇ ਆ ਹਫਤੇ 'ਚ 2 ਜਾਂ 3 ਵਾਰੀ ਫਿਸ਼ ਜ਼ਰੂਰ ਖਾਓ। ਉਹਦੇ ਨਾਲ ਤੁਹਾਡਾ ਗੁੱਡ ਕੋਲੇਸਟ੍ਰੋਲ ਵੱਧਦਾ ਹੈ, ਠੀਕ ਹੈ। ਮੈਡਮ ਇੱਕ ਗੱਲ ਹੋਰ ਮੈਂ ਪੁੱਛਣਾ ਚਾਹਣਾ, ਜੇ ਗੁੱਡ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਸਰੀਰ 'ਚ ਤਾਂ ਉਹਦਾ ਤਾਂ ਕੋਈ ਨੁਕਸਾਨ ਨਹੀਂ? ਉਹਦਾ ਕੋਈ ਨੁਕਸਾਨ ਨਹੀਂ, ਕਿਉਂਕਿ ਗੁੱਡ ਕੋਲੇਸਟ੍ਰੋਲ ਇਜ਼ ਪ੍ਰੋਟੈਕਟਿਵ, ਉਹ ਤੁਹਾਡੇ ਹਾਰਟ ਨੂੰ ਪ੍ਰੋਟੈਕਟ ਕਰਦਾ ਹੈ। ਹਾਂਜੀ। ਸੋ ਇੱਕ ਗੱਲ ਹੋਰ ਮੈਡਮ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਵੀ ਹੁਣ ਕਿਉਂਕਿ ਮੈਂ ਬਰੀਕੀ ਵੱਲ ਤਾਂ ਹੁਣ ਮੱਛੀ ਖਾਣ ਦੇ ਜਾਂ ਮੱਛੀ ਜਿਹੜੀਆਂ ਅੱਜ ਕੱਲ ਆਪਾਂ ਤਲੀ ਹੋਈ ਲੈ ਆਉਣੇ ਆ ਪਕੌੜੇ ਦੇ ਰੂਪ ਦੇ ਵਿੱਚ ਹੈਗੀ ਆ, ਤਾਂ ਉਹ ਇੱਕ ਪਾਸੇ ਤਾਂ ਉਹ ਸਾਨੂੰ ਪ੍ਰੋਟੀਨ ਦੇ ਰਹੀ ਹੈ, ਦੂਜੇ ਪਾਸੇ ਉਹ ਤਲੀ ਹੋਈ ਹੈ। ਹਾਂਜੀ, ਤੁਸੀਂ
ਬਿਲਕੁਲ ਠੀਕ ਕਹਿ ਰਹੇ ਹੋ ਤਾਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਹੀਂ ਇਹ ਨਹੀਂ, ਫਿਸ਼ ਡਸ ਨਾਟ ਮੀਨ ਕਿ ਤੁਸੀਂ ਮੱਛੀ ਦੇ ਪਕੌੜੇ ਜਾਂ ਫਿਸ਼ ਫਿੰਗਰਸ ਖਾਓ, ਆਬਵੀਅਸਲੀ ਨਾਟ। ਮੱਛੀ ਤੁਸੀਂ ਬੇਕ ਜਾਂ ਗ੍ਰਿਲ ਕਰਕੇ ਜਿਵੇਂ ਹੁੰਦਾ ਉਵੇਂ ਖਾਓ। ਮਤਲਬ ਜਿਵੇਂ ਆਪਾਂ ਕੋਈ ਪੀਜ਼ਾ ਸਟੋਰ ਦੇ ਨਾਲ ਜਿਵੇਂ ਜਿਹੜੀ ਬੇਕ ਮਿਲਦੀ ਹੈ ਜਾਂ ਘਰੇ ਤੁਸੀਂ ਓਵਨ ਚ ਆ ਕੇ ਬਣਾ ਸਕਦੇ ਹੋ, ਜਾਂ ਈਵਨ ਆਪਣੀ ਕੜਾਈ ਚ ਬਣਾ ਸਕਦੇ ਹੋ, ਬਟ ਮੇਕ ਸ਼ੋਰ ਕਿ ਤੁਸੀਂ ਉਹਨੂੰ ਫਿਰ ਤੇਲ ਨਾਲ ਤਲ ਨਹੀਂ ਰਹੇ ਹੋ, ਤੇ ਫਿਰ ਤਾਂ ਤੁਸੀਂ ਨਿਗੇਟ ਕਰਤਾ ਨਾ ਤੁਸੀਂ। ਹਾਂਜੀ ਨਹੀਂ ਸੋ ਨਹੀਂ, ਮੈਂ ਉਹਦਾ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਹੀ ਵਾਰੀ ਸਾਡਾ ਜਦੋਂ ਮੱਛੀ ਦਾ ਨਾਮ ਸੁਣਦੇ ਹਾਂ ਤਾਂ ਮੱਛੀ ਦੇ ਪਕੌੜੇ ਸਾਨੂੰ ਨਜ਼ਰ ਆਉਂਦੇ ਆ। ਬਿਲਕੁਲ ਜੀ। ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਮੈਂ ਜੋ ਡਾਕਟਰ ਸਾਹਿਬ ਕਹਿ ਰਹੇ ਨੇ, ਉਹ ਮੱਛੀ ਖਾਣੀ ਵੀਕ ਦੇ ਵਿੱਚ 1 ਜਾਂ 2 ਵਾਰੀ ਲਾਹੇਵੰਦ ਹੋ ਸਕਦੀ ਹੈ, ਪਰ ਇਹ ਜ਼ਰੂਰ ਧਿਆਨ ਦੇਣ ਵਾਲੀ ਗੱਲ ਹੈ ਕਿ ਮੱਛੀ ਦੇ ਪਕੌੜੇ ਜਾਂ ਡੀਪ ਫਰਾਈ ਜਿਹੜੀ ਮੱਛੀ ਆ, ਉਹ ਜਿਹੜੀ ਗੁੱਡ ਕੋਲੇਸਟ੍ਰੋਲ ਬਣਾਉਂਦੇ ਹੋਏ ਵੀ ਉਹ ਬੈਡ ਬਣਾ ਦੇਗੀ। ਹਾਂਜੀ, ਫਿਰ ਤਾਂ ਤੁਸੀਂ ਫੈਟ ਖਾ ਲਿਆ ਨਾ, ਆਇਲ ਖਾ ਲਿਆ। ਹਾਂਜੀ। ਸੋ ਮੈਡਮ ਥੋੜਾ ਜਿਹਾ ਹੁਣ ਅੱਗੇ ਨੂੰ ਵਧਦੇ ਆਪਾਂ। ਕੋਲੇਸਟ੍ਰੋਲ ਦੇ ਵਿੱਚ ਤੁਸੀਂ ਦੱਸਿਆ ਵੀ ਖਾਣਾ ਚਾਹੀਦਾ ਜਾਂ ਕੀ ਚੀਜ਼ਾਂ ਤੁਸੀਂ ਦੱਸਿਆ, ਬਹੁਤ ਖੂਬੀ ਤੁਸੀਂ ਉਹ ਦੱਸੀ ਹੈ। ਹੋਰ ਕਿਹੜੇ ਕਾਰਨ ਹੈ ਕੋਲੇਸਟ੍ਰੋਲ ਨੂੰ ਵਧਾਉਣ ਦੇ? ਹਾਂਜੀ, ਦੇਖੋ ਜੀ, ਸਭ ਤੋਂ ਪਹਿਲਾਂ ਜਦੋਂ ਆਪਾਂ ਕੋਲੇਸਟ੍ਰੋਲ ਦੇ ਵਧਣ ਦੀ ਗੱਲ ਕਰਦੇ ਹਾਂ, ਆਪਾਂ ਸਭ ਤੋਂ ਪਹਿਲਾਂ ਜਿਹੜਾ ਪੇਸ਼ੈਂਟਸ ਨੂੰ ਜਾਂ ਕਿਸੇ ਨੂੰ ਵੀ ਪੁੱਛਦੇ ਹੋ ਹੈ ਕਿ ਤੁਹਾਡੀ ਫੈਮਿਲੀ 'ਚ ਕਿਸੇ ਹੋਰ ਨੂੰ ਰੇਸਡ ਕੋਲੇਸਟ੍ਰੋਲ ਹੈ। ਕਿਉਂਕਿ ਜੇ ਤੁਹਾਡੀ ਫੈਮਿਲੀ 'ਚ ਹੈ ਨਾ, ਤੁਹਾਡੇ ਬਲੱਡ ਰਿਲੇਸ਼ਨਸ 'ਚ ਕਿਸੇ ਨੂੰ ਰੇਸਡ ਕੋਲੇਸਟ੍ਰੋਲ ਹੈ, ਤੇ ਚਾਂਸਸ ਹੈ ਤੁਹਾਨੂੰ ਉਹ ਸੇਮ ਜੀਨਸ ਮਿਲੇ ਨੇ ਤੇ ਤੁਹਾਡੀ ਬਾਡੀ ਵੀ ਜ਼ਿਆਦਾ ਕੋਲੇਸਟ੍ਰੋਲ ਬਣਾ ਰਹੀ ਹੈ ਜਾਂ ਜ਼ਿਆਦਾ ਬ੍ਰੇਕਡਾਊਨ ਨਹੀਂ ਕਰ ਰਹੀ। ਮਤਲਬ ਪੀੜ੍ਹੀ ਦਰ ਪੀੜ੍ਹੀ ਚੱਲਦਾ। ਹਾਂਜੀ, ਚੱਲਦਾ ਹੈ। ਠੀਕ ਹੈ ਜੀ। ਤੇ ਜੇ ਕਿਸੇ ਦੇ ਘਰ ਪੇਰੈਂਟਸ ਹੋਏ, ਗ੍ਰੈਂਡ ਪੇਰੈਂਟਸ ਹੋਏ, ਜਾਂ ਫਿਰ ਤੁਹਾਡੇ ਚਾਚੇ ਮਾਮੇ ਤਾਏ, ਹੈ ਨਾ, ਸਾਰੇ ਕਿਸੇ 'ਚ ਵੀ ਰੇਸਡ ਕੋਲੇਸਟ੍ਰੋਲ ਹੈ ਤੇ ਤੁਹਾਡਾ ਚਾਂਸ ਵੱਧ ਜਾਂਦਾ ਹੈ ਕੋਲੇਸਟ੍ਰੋਲ ਹੋਣ ਦਾ। ਮਤਲਬ ਦੂਰ ਤੱਕ ਵੀ ਸ਼ਾਇਦ। ਹਾਂਜੀ, ਠੀਕ ਹੈ। ਦੂਜਾ ਜਿਹੜਾ ਕੋਲੇਸਟ੍ਰੋਲ ਵੱਧਦਾ ਹੈ, ਉਹ ਕਈ ਵਾਰੀ ਕਈ ਬਿਮਾਰੀਆਂ ਨਾਲ ਵੱਧ ਜਾਂਦਾ ਹੈ, ਜਿਵੇਂ ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਜਾਂ ਕਿਡਨੀ ਦੀ ਪ੍ਰੋਬਲਮ ਹੈ, ਤੇ ਉਹਦੇ ਨਾਲ ਵੀ ਕੋਲੇਸਟ੍ਰੋਲ ਵੱਧ ਜਾਂਦਾ ਹੈ ਜੀ। ਕਈ ਵਾਰੀ ਕੀ ਹੁੰਦੀ ਹੈ, ਆਪਾਂ ਕੁਝ ਮੈਡੀਸਿਨਸ ਦਿੰਦੇ ਹਾਂ ਕਿਸੇ ਹੋਰ ਬਿਮਾਰੀ ਨੂੰ ਠੀਕ ਕਰਨ ਲਈ, ਬਟ ਉਹ ਕੋਲੇਸਟ੍ਰੋਲ ਵਧਾ ਲੈਂਦੀਆਂ ਹੈ ਨਾ, ਤੇ ਉਹ ਵੀ ਕੁਝ ਸਪੈਸੀਫਿਕ ਮੈਡੀਸਿਨਸ ਹੁੰਦੀਆਂ, ਆਪਾਂ ਡਿਟੇਲਸ 'ਚ ਨਹੀਂ ਜਾਵਾਂਗੇ ਹੁਣੇ। ਤੇ ਇੱਕ ਜਿਹੜੀ ਚੀਜ਼ ਬਹੁਤ ਹੈ ਜੋ ਕੋਲੇਸਟ੍ਰੋਲ ਵਧਾਉਂਦੀ ਹੈ, ਉਹ ਹੈ ਐਲਕੋਹਲ। ਸ਼ਰਾਬ ਐਂਡ 'ਚ ਕੀ ਹੈ, ਸ਼ਰਾਬ ਦੇ ਅੰਦਰ ਕੋਲੇਸਟ੍ਰੋਲ ਨਹੀਂ ਹੈ। ਸ਼ਰਾਬ 'ਚ ਜਦ ਤੁਸੀਂ ਲੈਂਦੇ ਹੋ ਨਾ, ਉਹਦੀ ਕੋਈ ਬੋਡੀ ਲਈ ਵੈਲਿਊ ਨਹੀਂ ਹੁੰਦੀ, ਬਸ ਬਹੁਤ ਸਾਰੀ ਕੈਲੋਰੀਜ਼ ਪੀ ਰਹੇ ਹੋ ਤੁਸੀਂ, ਤੇ ਬੋਡੀ ਨੂੰ ਕੈਲੋਰੀਜ਼ ਚਾਹੀਦੀਆਂ ਨਹੀਂ, ਤੇ ਬੋਡੀ ਕੀ ਕਰੇਗੀ ਉਸ ਕੈਲੋਰੀਜ਼ ਦਾ? ਜਿਵੇਂ ਮੈਂ ਕਿਹਾ, ਉਹ ਫੈਟ ਬਣਾਏਗੀ ਤੇ ਫੈਟ ਤੋਂ ਕੋਲੇਸਟ੍ਰੋਲ ਹੋ ਜਾਏਗਾ। ਬਿਲਕੁਲ ਠੀਕ ਜੀ। ਤੇ ਇਸ ਕਰਕੇ ਐਲਕੋਹਲ ਨਾਲ ਵੀ ਕੋਲੇਸਟ੍ਰੋਲ ਵੱਧ ਜਾਂਦਾ ਹੈ। ਹੁਣ ਇਹ ਕਲੀਅਰ ਹੋ ਗਿਆ ਕਿ ਕੋਲੇਸਟ੍ਰੋਲ ਕਿਵੇਂ ਬਣਦਾ। ਇੱਕ ਤਾਂ ਹੈਗਾ ਹੋ ਗਿਆ ਫੂਡ ਦੇ ਨਾਲ, ਇੱਕ ਦੂਜੀਆਂ ਚੀਜ਼ਾਂ ਦੱਸੀਆਂ ਕਿ ਦਵਾਈਆਂ ਦੇ ਨਾਲ, ਜਾਂ ਸਾਡਾ ਇੱਕ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡਾ ਜਿਹੜਾ ਕੋਈ ਬਿਮਾਰੀ ਦੇ ਕਰਕੇ, ਜਾਂ ਸਾਡੇ ਪੀੜ੍ਹੀ ਦਰ ਪੀੜ੍ਹੀ ਕੁ ਚੱਲਦਾ ਹੈ। ਪਰ ਮੈਡਮ, ਜੇ ਮੋਟੇ ਤੌਰ ਤੇ ਪੁੱਛਣਾ ਹੋਵੇ, ਕਿਸੇ ਵਿਅਕਤੀ ਦੇ ਵਿੱਚ ਕੋਈ ਲੱਛਣ ਸਾਨੂੰ ਨਜ਼ਰ ਕੋਈ ਨਹੀਂ ਆ ਰਿਹਾ ਕਿ ਇਹਨੂੰ ਕੋਲੇਸਟ੍ਰੋਲ ਵਧਿਆ ਹੋਇਆ ਜਾਂ ਨਹੀਂ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਦੱਸਿਆ, ਇੱਕ ਬਹੁਤ ਪਤਲੇ ਜਿਹੇ ਵਿਅਕਤੀ ਦੇ ਵਿੱਚ ਵੀ ਕੋਲੇਸਟ੍ਰੋਲ ਦੀ ਮਾਤਰਾ, ਬੈਡ ਕੋਲੇਸਟ੍ਰੋਲ ਦੀ ਮਾਤਰਾ ਵੱਧ ਸਕਦੀ ਹੈ। ਹਾਂਜੀ, ਬਿਲਕੁਲ। ਤਾਂ ਕਿਵੇਂ ਜੱਜਮੈਂਟ ਕਰੀਏ, ਜਾਂ ਕਿਵੇਂ ਅਸੀਂ ਉਸ ਚੀਜ਼ ਨੂੰ ਪਛਾਣ ਕਰੀਏ ਕਿ ਵੀ ਇਹਦਾ ਕੋਲੇਸਟ੍ਰੋਲ ਵਧਿਆ ਹੋਇਆ? ਹਾਂਜੀ, ਬਹੁਤ ਅੱਛਾ ਸਵਾਲ ਹੈ, ਕਿਉਂਕਿ ਕੋਲੇਸਟ੍ਰੋਲ ਵਧਣ ਦੇ ਕੋਈ ਲੱਛਣ ਨਹੀਂ ਹੈ। ਅੱਛਾ, ਇਟਸ ਅ ਸਾਇਲੈਂਟ ਥਿੰਗ। ਠੀਕ ਹੈ, ਇਸ ਲਈ ਬਹੁਤ ਜ਼ਰੂਰੀ ਹੈ, ਇੱਕ ਤਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਆਪਣਾ ਐਨੂਅਲ ਚੈੱਕਅਪ ਜ਼ਰੂਰ ਕਰਾਓ। ਠੀਕ ਹੈ ਜੀ। ਕੈਨੇਡੀਅਨ ਗਾਈਡਲਾਈਨਸ ਨੇ, ਉਹ ਕਹਿੰਦੀਆਂ ਨੇ ਕਿ ਸਾਰੇ ਜਿਹੜੇ ਬੰਦੇ ਨੇ ਜੋ 40 ਸਾਲ ਤੋਂ ਉੱਤੇ ਨੇ, ਉਹ ਆਪਣਾ ਕੋਲੇਸਟ੍ਰੋਲ ਜ਼ਰੂਰ ਚੈੱਕ ਕਰਾਉਣ। 40 ਸਾਲ ਤੇ 40 ਤੋਂ ਉੱਪਰ, 40 ਤੋਂ ਉੱਪਰ ਉਹ ਆਪਣੀ ਗਾਈਡਲਾਈਨਸ ਜਿਹੜੀਆਂ ਉਹ ਕਹਿੰਦੀਆਂ ਨੇ, ਉਸ ਤੇ ਤੁਸੀਂ ਚੈੱਕ ਕਰਾ ਸਕਦੇ ਹੋ। ਸੋ ਫੈਮਿਲੀ ਡਾਕਟਰ ਨੂੰ ਇਹ ਕਹਿਣਾ ਪਏਗਾ ਕਿ ਅਸੀਂ ਕੋਲੇਸਟ੍ਰੋਲ ਵਗੈਰਾ ਆਪਣੇ ਟੈਸਟ ਕਰੋ। ਦੇਖਿਏ ਜੀ, ਜੇ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਰੈਗੂਲਰਲੀ ਜਾ ਰਹੇ ਹੋ, ਆਪਣੇ ਐਨੂਅਲ ਚੈੱਕਅਪ ਕਰਾ ਰਹੇ ਹੋ, ਤੇ ਸਾਰੇ ਫੈਮਿਲੀ ਡਾਕਟਰਸ ਨੂੰ ਪਤਾ ਹੈ ਕਿ 40 ਸਾਲ ਤੇ ਤੁਹਾਡਾ ਇੱਕ ਵਾਰੀ ਜ਼ਰੂਰ ਕਰਨਾ ਹੈ ਕੋਲੇਸਟ੍ਰੋਲ ਚੈੱਕ, ਤੇ ਡਿਪੈਂਡਿੰਗ ਔਨ ਉਹਦੇ 'ਚ ਕਿੰਨਾ ਲੈਵਲ ਆਉਂਦਾ ਤੁਹਾਡਾ, ਉਹ ਦੱਸਣਗੇ ਕਿ ਹੋਰ ਕਿੰਨੀ ਆਫਟਨ ਕਰਨਾ ਹੈ ਜਾਂ ਹੋਰ ਕੀ ਕਰਨਾ ਹੈ। ਇੱਕ ਬਹੁਤ ਧਿਆਨ ਰੱਖਣ ਦੀ ਚੀਜ਼ ਹੈ ਕਿ ਸਾਡੀ ਕਮਿਊਨਿਟੀ 'ਚ, ਸਾਊਥ ਏਸ਼ੀਅਨ ਕਮਿਊਨਿਟੀ 'ਚ ਦੇਖਿਆ ਗਿਆ ਹੈ ਕਿ ਜਿਹੜੇ ਹਾਰਟ ਅਟੈਕ ਨੇ, ਉਹ ਬਹੁਤ ਛੋਟੀ ਉਮਰ ਤੇ ਹੋ ਜਾਂਦੇ ਨੇ। ਜੇ ਬਾਕੀ ਕਮਿਊਨਿਟੀਜ਼ 'ਚ ਹੁੰਦੇ ਨੇ 50 ਤੇ 60 ਸਾਲ ਤੇ, ਸਾਡੀ ਕਮਿਊਨਿਟੀ ਜੋ ਕਈ ਵਾਰੀ 30 ਤੇ 40 ਤੇ ਵੀ ਵੇਖੇ ਗਏ ਨੇ। ਇਸ ਕਰਕੇ ਜਿਹੜੇ ਸਾਊਥ ਏਸ਼ੀਅਨ ਨੇ, ਸਾਡੀ ਕਮਿਊਨਿਟੀ ਨੇ, ਉਹਨਾਂ ਨੇ ਕਿਹਾ ਹੈ ਕਿ ਤੁਸੀਂ ਹੋਰ ਜਲਦੀ ਜਾ ਕੇ ਆਪਣਾ ਕੋਲੇਸਟ੍ਰੋਲ ਚੈੱਕ ਕਰਾ ਸਕਦੇ ਹੋ। ਜੇ ਤੁਹਾਡੀ ਫੈਮਿਲੀ 'ਚ ਕਿਸੇ ਨੂੰ ਕੋਲੇਸਟ੍ਰੋਲ ਹੈ, ਜਾਂ ਤੁਹਾਡੇ ਫੈਮਿਲੀ 'ਚ ਕਿਸੇ ਨੂੰ ਹਾਰਟ ਅਟੈਕ ਹੈ, ਆਪਣਾ ਕੋਲੇਸਟ੍ਰੋਲ ਤੁਸੀਂ 40 ਸਾਲ ਤੋਂ ਪਹਿਲਾਂ ਵੀ ਜਾ ਕੇ ਚੈੱਕ ਕਰਾ ਸਕਦੇ। ਹਾਂਜੀ, ਜਾਂ
ਜੇ ਤੁਹਾਨੂੰ ਮੋਟਾਪਾ ਹੈ, ਸਪੈਸ਼ਲੀ ਜਿਹੜਾ ਸੈਂਟਰਲ ਓਬੀਸਿਟੀ ਕਹਿੰਦੇ ਆ ਕਿ ਢਿੱਡ ਨਿਕਲਿਆ ਹੋਇਆ ਹੈ ਨਾ, ਜਿਵੇਂ ਆਪਣੇ ਮੋਸਟਲੀ ਮੈਨ ਦਾ ਦੇਖਦੇ ਆ ਵੈਸੇ ਠੀਕ ਨੇ ਬਟ ਪੇਟ ਨਿਕਲਿਆ ਹੋਇਆ ਹੈ ਨਾ, ਜਾਂ ਓਵਰਆਲ ਜੇ ਮੋਟਾਪਾ ਹੈ, ਆਪਣਾ ਕੋਲੇਸਟ੍ਰੋਲ ਜ਼ਰੂਰ ਚੈੱਕ ਕਰਾਓ। ਜੇ ਤੁਹਾਨੂੰ ਸ਼ੂਗਰ ਦੀ, ਡਾਇਬੀਟੀਜ਼ ਦੀ ਬਿਮਾਰੀ ਹੈ ਜਾਂ ਬਾਰਡਰਲਾਈਨ ਹੈ, ਕੋਲੇਸਟ੍ਰੋਲ ਚੈੱਕ ਕਰਾਓ। ਜੇ ਥਾਇਰੋਇਡ ਦੀ ਬਿਮਾਰੀ ਹੈ, ਕੋਲੇਸਟ੍ਰੋਲ ਚੈੱਕ ਕਰਾਓ। ਤੇ ਇਹਨਾਂ ਸਾਰੇ ਬਿਮਾਰੀਆਂ 'ਚ ਕੀ ਕਰਦੇ ਹੋ ਤੁਸੀਂ 40 ਤੋਂ ਪਹਿਲਾਂ ਵੀ ਕਰਾ ਸਕਦੇ ਹੋ। ਇਨਫੈਕਟ ਜਦੋਂ ਅਸੀਂ UK 'ਚ ਸੀ, ਅਸੀਂ ਸਾਰਿਆਂ ਸਾਊਥ ਏਸ਼ੀਅਨਸ ਦਾ 35 ਸਾਲ ਤੇ ਸ਼ੁਰੂ ਕਰ ਦਿੰਦੇ ਸੀ। ਅੱਛਾ, 35 ਸਾਲ ਤੇ। ਹਾਂਜੀ। ਸੋ ਤੁਹਾਡੀ ਰਿਕਮੈਂਡੇਸ਼ਨ ਦੇ ਮੁਤਾਬਕ ਇਹ ਹੈ ਕਿ ਵੀ ਤੁਹਾਨੂੰ ਕਿਸੇ ਨਜ਼ਰ ਆ ਰਿਹਾ ਕਿ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੈ ਇਸ ਤਰ੍ਹਾਂ ਦਾ ਕੋਈ, ਤਾਂ ਤੁਹਾਨੂੰ ਕਰਵਾਉਣਾ ਜ਼ਰੂਰੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਕਰਵਾਉਣਾ ਚਾਹੀਦਾ ਹੋ ਕਿ ਤੁਸੀਂ ਆਪਣੇ ਇੱਕ ਵਾਰ ਦੇਖ ਲਓ ਤੁਹਾਡਾ ਬੇਸਲਾਈਨ ਲੈਵਲ ਕਿੰਨਾ ਹੈ। ਜੇ ਵਧਿਆ ਹੋਇਆ ਹੈ ਤੇ ਤੁਹਾਡੇ ਡਾਕਟਰ ਦੱਸਣਗੇ ਕੀ ਕਰਨਾ ਹੈ, ਜੇ ਠੀਕ ਹੈ ਤਾਂ ਫਿਰ ਵੀ ਦੱਸਣਗੇ ਕਿ ਤੁਸੀਂ ਕਿਵੇਂ ਇਹਨੂੰ ਠੀਕ ਰੱਖੋ। ਹਾਂਜੀ। ਸੋ ਇੱਕ ਬ੍ਰੇਕ ਤੋਂ ਪਹਿਲਾਂ ਆਪਾਂ ਇੱਕ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਹੜੇ ਹਾਰਟ ਅਟੈਕ, ਜਿਵੇਂ ਹਾਰਟ ਅਟੈਕ ਦੀ ਆਪਾਂ ਗੱਲ ਕੀਤੀ ਹੈ ਔਰ ਮੈਂ ਦਰਸ਼ਕਾਂ ਨੂੰ ਵੀ ਦੱਸਿਆ, ਕਈ ਵਾਰੀ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਹਾਰਟ ਅਟੈਕ ਆ ਰਿਹਾ। ਕਈ ਵਾਰੀ ਅਸੀਂ ਇਹ ਮਹਿਸੂਸ ਕਰਦੇ ਹਾਂ, ਜਿਵੇਂ ਪਹਿਲਾਂ ਦੱਸਿਆ ਕਿ ਵੀ ਮੇਰੇ ਤਾਂ ਵੈਸੇ ਹੀ ਉਹ ਐਸਿਡਿਟੀ ਕਰਕੇ ਸ਼ਾਇਦ ਦਰਦ ਹੋ ਰਿਹਾ। ਹਾਂਜੀ। ਸੋ ਹਾਰਟ ਅਟੈਕ ਆਉਣ ਦੇ ਕਾਰਨ ਕੀ ਹੁੰਦੇ ਨੇ? ਜੇ ਮੰਨ ਲਓ ਕਾਰਨ ਤਾਂ ਅਸੀਂ ਜਾਣ ਲੈਂਦੇ ਹਾਂ, ਤਾਂ ਬਹੁਤੀ ਵਾਰੀ ਲੱਛਣ ਹੈ ਜਿਹੜੇ ਉਹ ਐਸਿਡਿਟੀ ਦੇ ਤੇ ਹਾਰਟ ਅਟੈਕ ਦੇ ਕਿਤੇ ਨਾ ਕਿਤੇ ਬਿਲਕੁਲ ਸੇਮ ਹੁੰਦੇ ਨੇ, ਬਿਲਕੁਲ ਹੀ ਸੇਮ ਹੁੰਦੇ ਨੇ। ਤਾਂ ਉਹ ਕਿਸ ਤਰੀਕੇ ਨਾਲ ਪਛਾਣ ਕਰੀਏ? ਹਾਂਜੀ, ਦੇਖੋ ਜੀ, ਹਾਰਟ ਅਟੈਕ ਪਹਿਲੇ ਸਮਝੋ ਹੁੰਦਾ ਕੀ ਹੈ। ਜਿਵੇਂ ਮੈਂ ਕਿਹਾ ਕਿ ਬਲੱਡ ਵੈਸਲਸ ਨੇ ਜੋ ਸਾਰਾ ਬਲੱਡ ਫਲੋ ਕਰਦੀਆਂ ਨੇ। ਡਾਕਟਰ ਸਾਹਿਬ ਇੱਕ ਸਵਾਲ ਲੈ ਹਾਂਜੀ, ਚਰਚਾ ਕਰੀਏ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਡਾਕਟਰ ਸਾਹਿਬ ਜੀ ਇੱਕ ਸਵਾਲ ਹੈ ਨਾ, ਜਿੱਦਾਂ ਉਹਨਾਂ ਨਾਲ ਸ਼ੂਗਰ ਬਾਰੇ ਗੱਲ ਕੀਤੀ ਹੈ ਵੀ ਸ਼ੂਗਰ ਆਪਣੀ ਜਿੱਦਾਂ ਦੱਸਦੇ ਵੀ 70 ਤੋਂ 110 ਤੱਕ ਚਾਹੀਦੀ ਹੈ ਹਨਾ, ਪਰ ਜਿਹੜਾ ਸਾਨੂੰ ਅਸਲੀ ਸ਼ੂਗਰ ਦਾ ਲੈਵਲ ਕਿੰਨਾ ਚਾਹੀਦਾ? ਜਿੱਦਾਂ ਮੇਰੀ ਸ਼ੂਗਰ ਤਕਰੀਬਨ 90-95 ਦੀ ਇਹਦੀ ਹੈ ਕਿ ਮੇਰੀ ਜਿੱਦਾਂ ਮੇਰਾ ਬਲੱਡ ਟੈਸਟ ਕੀਤਾ ਤੇ ਮੇਰੀ 102 ਆਈ ਤੇ ਡਾਕਟਰ ਕਹਿੰਦਾ ਸ਼ੂਗਰ ਹਾਈ ਆ। ਇਹਦੇ ਵਿੱਚ ਦੱਸੋ ਵੀ ਇਹ ਸ਼ੂਗਰ ਹਾਈ ਕਿੱਦਾਂ ਹੋ ਜਿਹੜੀ ਜਦੋਂ ਆਪਣਾ 110 ਤੱਕ ਇਹਦਾ ਨੰਬਰ ਜਾਂਦਾ ਹੈ? ਤੁਹਾਡੀ ਕਿੰਨੀ 90-95 ਆ ਰਹੀ ਹੈ? 90-95 ਆ ਰਹੀ ਹੈ ਤੇ ਜਾਂ ਕਹਿੰਦੇ 102 ਹੀ। ਚਲੋ ਕਈ ਮਿੱਠਾ ਮੁੱਠਾ ਤੇ ਬਾਦਾਮ ਦਾ ਮਿੱਠਾ ਸੀ, ਮੈਂ ਬਾਕੀ ਸ਼ੂਗਰ ਤਾਂ ਕਰੀ ਖਾਂਦੀ ਸਾਡੀ ਬਿਲਕੁਲ ਇਗਨੋਰ ਕੀਤੀ ਹੈ, ਤਲੀਆਂ ਚੀਜ਼ਾਂ ਇਗਨੋਰ ਕੀਤੀ ਹੈ, ਕੋਕ ਟਾਕ ਵਗੈਰਾ ਅਸੀਂ ਬਿਲਕੁਲ ਨਹੀਂ ਪੀਂਦੇ। ਤੁਸੀਂ ਆਪਣਾ ਕੋਲੇਸਟ੍ਰੋਲ ਦਾ ਜਿਹੜਾ ਟੈਸਟ ਆ ਉਹ ਕਰਵਾਇਆ ਕਦੇ ਪਹਿਲਾਂ? ਹਾਂਜੀ, ਉਹ ਤਾਂ ਟੈਸਟ ਆਲਰੇਡੀ ਸਾਡੇ ਹੁੰਦੇ ਰਹਿੰਦੇ। ਉਹ ਕੋਲੇਸਟ੍ਰੋਲ ਵੀ ਮੇਰੀ ਹਾਈ ਆਉਂਦੀ ਆ। ਹਾਈ ਆ ਰਹੀ ਹੈ? ਹਾਂਜੀ, ਕੋਈ ਗੱਲ ਨਹੀਂ। ਮੈਂ ਇਸ ਲਈ ਸਭ ਪੁੱਛਣਾ ਵੀ ਸ਼ੂਗਰ ਸਾਡੀ ਕਿੰਨੀ ਨਾਰਮਲ ਆ ਰਹੀ ਹੈ? ਸ਼ੂਗਰ ਬਾਰੇ ਦੱਸੋ ਵੀ ਜਿਹੜਾ 70 ਤੋਂ 110 ਹੁੰਦੀ ਹੈ, ਪਰ ਡਾਕਟਰ ਨੇ ਮੇਰੀ ਐਕਟਿਵ ਤੋਂ 2 ਸੀ ਵੀ ਹਾਈ ਸ਼ੂਗਰ ਹੈ, ਇਹਦੇ ਵਿੱਚ ਹਾਈ ਕਿੱਦਾਂ ਪੈਂਦੀ ਹੈ? ਮੈਂ ਜੀ ਦੀ ਕਲਾਸੀਫਿਕੇਸ਼ਨ ਕਰਨੀ ਹੋਈ, ਦੱਸੋ ਵੀ ਸ਼ੂਗਰ ਆਪਣੀ ਕਿੰਨੀ ਆਉਣੀ ਚਾਹੀਦੀ? ਬਿਲਕੁਲ, ਬਹੁਤ ਜਿਹੜਾ ਤੁਹਾਡਾ ਵੈਲਿਡ ਸਵਾਲ ਹੈ ਔਰ ਤੁਸੀਂ ਆਫ ਦੀ ਏਅਰ ਸੁਣ ਲਓ ਔਰ ਕਾਲ ਕਰਨ ਦੀ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਜਿਹੜੇ ਹਾਰਟ ਅਟੈਕ ਦੇ ਕਾਰਨ ਜਾਣਨ ਦੇ ਲਈ ਮੈਂ ਤੁਹਾਨੂੰ ਪੁੱਛਿਆ ਸੀ ਸਵਾਲ, ਉਸ ਤੋਂ ਪਹਿਲਾਂ ਆਪਾਂ ਇਹਨਾਂ ਦਾ ਜਿਹੜਾ ਸਵਾਲ ਦਾ ਜਵਾਬ ਦੇ ਦਈਏ। ਉਹ ਕਹਿ ਰਿਹਾ ਕਿ ਵੀ ਮੇਰੀ ਸ਼ੂਗਰ ਹੈ ਜਿਹੜੀ ਉਹ 90 ਤੋਂ 95 ਆ ਰਹੀ ਹੈ, ਤੇ ਵੈਸੇ ਜਿਹੜਾ ਅੱਜ ਕੱਲ੍ਹ ਦੇਖਦੇ ਹਾਂ ਕਿ 70 ਤੋਂ 110 ਤੱਕ ਦਾ ਜਿਹੜਾ ਮੰਨਿਆ ਜਾਂਦਾ। ਉਹ ਕਹਿੰਦੇ ਵੀ ਮੈਨੂੰ ਡਾਕਟਰ ਨੇ ਕਹਿਤਾ ਵੀ ਹਾਈ ਹੈ, ਤੁਹਾਨੂੰ ਸੁਣਿਆ ਜਿਵੇਂ, ਤਾਂ ਤੁਹਾਡੇ ਮੁਤਾਬਕ ਉਹ ਕਿਸ ਚੀਜ਼ ਨੂੰ ਫਿਰ? ਹਾਂਜੀ, ਤੇ ਦੇਖੋ ਜੀ, ਸ਼ੂਗਰ ਆਪਾਂ ਨਾ ਜਦੋਂ ਮਾਪਦੇ ਹਾਂ, ਆਪਾਂ 2-3 ਤਰ੍ਹਾਂ ਤੋਂ ਮਾਪਦੇ ਹਾਂ। ਇੱਕ ਮਾਪਦੇ ਹਾਂ ਜਿਵੇਂ ਇਹ ਤੁਸੀਂ ਆਪਣਾ ਫਿੰਗਰ ਪ੍ਰਿਕ ਕਰਕੇ ਔਨ ਦਾ ਸਪੌਟ ਕੀਤੀ ਮੇਰੀ ਕਿੰਨੀ ਹੈ ਜੀ, ਠੀਕ ਹੈ। ਤੇ ਇੱਕ ਹੁੰਦੀ ਹੈ ਜਿਹੜਾ ਆਪਾਂ ਕਹਿੰਦੇ ਹਾਂ ਫਾਸਟਿੰਗ, ਸਵੇਰੇ ਉੱਠ ਕੇ ਤੁਸੀਂ ਰਾਤੀ 12 ਘੰਟੇ ਕੁਛ ਨਹੀਂ ਖਾਦਾ ਤੇ ਸਵੇਰੇ ਉੱਠ ਕੇ ਕੀਤੀ ਸ਼ੂਗਰ। ਤੇ ਇੱਕ ਹੁੰਦਾ ਹੈ ਖਾਣਾ ਖਾਣ ਦੇ 2 ਘੰਟੇ ਬਾਅਦ ਕਿੰਨੀ ਸ਼ੂਗਰ ਹੈ ਤੁਹਾਡੀ। ਤੇ ਇਸ ਤਰ੍ਹਾਂ ਸ਼ੂਗਰ ਡਿਫਰੈਂਟ ਟਾਈਪ ਤੇ ਨਾਪੀ ਜਾਂਦੀ ਹੈ। ਇੱਕ ਹੁੰਦਾ ਆਪਾਂ ਕਹਿੰਦੇ ਆ HbA1c, ਤੁਸੀਂ ਸੁਣਿਆ ਹੋਗਾ ਬਹੁਤ। ਇਹ ਹੈ ਤੁਹਾਡਾ 3 ਮਹੀਨੇ ਦਾ ਸ਼ੂਗਰ ਕੰਟਰੋਲ ਦੱਸਦੀ ਹੈ ਕਿੰਨਾ ਰਿਹਾ ਹੈ ਐਵਰੇਜ। ਕਿਉਂਕਿ ਜਿਵੇਂ ਇਹਨੇ ਭੈਣ ਜੀ ਨੇ ਕਿਹਾ ਕਿ ਔਨ ਦਾ ਸਪੌਟ ਤਾਂ ਡਿਪੈਂਡ ਕਰਦਾ ਹੈ ਤੁਸੀਂ ਉਸ ਤੋਂ ਪਹਿਲਾਂ ਕੀ ਖਾਦਾ ਹੈ, ਕਿੰਨੀ ਦੇਰ ਪਹਿਲੇ ਖਾਦਾ ਹੈ, ਕੀ ਖਾਦਾ, ਉਸ ਤੋਂ ਸਾਰਾ ਵੇਰੀ ਕਰਦੀ ਹੈ। ਇੱਥੇ ਬਿਕੋਜ਼ ਆਈ ਡੋਂਟ ਨੋ ਉਹਨਾਂ ਦੀ ਕੰਪਲੀਟ ਹਿਸਟਰੀ ਕੀ ਹੈ, ਤੇ ਮੈਂ ਐਵੇਂ ਰეკਮੈਂਡ ਨਹੀਂ ਕਰ ਸਕਦੀ ਕਿ ਕੀ ਸ਼ੂਗਰ ਹੋਏ ਕੀ ਨਹੀਂ ਹੋਏ, ਬਟ ਮੈਂ ਇਹ ਬੋਲਾਂਗੀ ਡਿਪੈਂਡਿੰਗ ਔਨ ਤੁਸੀਂ ਕਦ ਮਾਪੀ ਸੀ ਤੇ ਤੁਹਾਡੀ ਪਹਿਲੇ ਕਿੰਨੀ ਰਹੀ ਹੈ। ਇਹ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਕਲੋਜ਼ਲੀ ਡਿਸਕਸ ਕਰੋ, ਉਹ ਤੁਹਾਨੂੰ ਜ਼ਿਆਦਾ ਸਹੀ ਦੱਸ ਸਕਦੇ ਆ। ਫਿਰ ਉਹਨਾਂ ਕੋਲ ਜਾਣਾ ਚਾਹੀਦਾ। ਹਾਂਜੀ, ਜਾ ਕੇ ਉਹਨਾਂ ਨੂੰ ਦੱਸੋ ਕਿ ਇਹ ਹੋ ਰਹੀ ਹੈ। ਜੇ ਉਹ ਕਹਿਣਗੇ ਤੁਹਾਨੂੰ ਕਿ ਤੁਸੀਂ ਆਪਣਾ ਡਿਫਰੈਂਟ ਡੇਜ਼ ਤੇ ਮਾਪੋ, ਉਹਨਾਂ ਨੂੰ ਪਹਿਲਾਂ ਤੋਂ ਡਾਇਬੀਟੀਜ਼ ਡਾਇਗਨੋਸਡ ਹੈ ਜਾਂ ਨਹੀਂ, ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈ ਨਾ। ਤੇ ਮੈਨੂੰ ਹਾਂਜੀ, ਸਭ ਤੋਂ ਪਹਿਲਾਂ ਤਾਂ ਹਿਸਟਰੀ ਉਹਨਾਂ ਦੀ, ਔਰ ਦੂਜੀ ਗੱਲ ਇਹ ਹੈ ਕਿ ਤੁਹਾਡੀ ਇੱਕ
ਸਲਾਹ ਇਹ ਹੈ ਕਿ ਇੱਕ ਵਾਰ ਡਾਕਟਰ ਨੂੰ ਫੇਰ ਰਾਬਤਾ ਕਰੋ ਔਰ ਤੁਸੀਂ ਉਹੀ ਸਵਾਲ ਜਿਹੜਾ ਸਾਨੂੰ ਪੁੱਛਿਆ ਤੁਸੀਂ ਹਾਂਜੀ, ਕਿਉਂਕਿ ਉਹ ਤੁਹਾਨੂੰ ਜ਼ਿਆਦਾ, ਤੁਹਾਡੀ ਸ਼ੂਗਰ ਉਹਨਾਂ ਕੋਲ ਜ਼ਿਆਦਾ ਚਾਰਟਿੰਗ ਬੈਟਰ ਹੋਏਗੀ, ਮੇਰੇ ਕੋਲ ਇੱਥੇ ਇੱਕ ਨੰਬਰ ਨਾਲ ਕਹਿਣਾ ਬਹੁਤ ਮੁਸ਼ਕਿਲ ਹੈ। ਹਾਂਜੀ, ਸੋ ਤੁਸੀਂ ਅਗਰ ਕੋਈ ਸਵਾਲ ਦੁਬਾਰਾ ਕਰਨਾ ਚਾਹੁੰਦੇ ਜਾਂ ਹੋਰ ਕੋਈ ਤੁਹਾਡਾ ਸਵਾਲ ਹੈ ਤਾਂ 905 790 9099 ਦੇ ਉੱਪਰ ਕਾਲ ਕਰ ਸਕਦੇ ਆ। ਸਕਰੀਨ ਦੇ ਉੱਪਰ ਵੀ ਇਹ ਨੰਬਰ ਫਲੈਸ਼ ਹੋ ਰਿਹਾ ਔਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਆ। ਔਰ ਹਾਰਟ ਅਟੈਕ ਆਉਣ ਦੇ ਕਾਰਨ ਔਰ ਲੱਛਣ ਕਈ ਵਾਰੀ ਅਸੀਂ ਅਣਗਹਿਲੀ ਕਰ ਜਾਂਦੇ ਆ ਕਿ ਵੀ ਚਲੋ ਕੋਈ ਨਹੀਂ, ਐਸਿਡਿਟੀ ਬਣੀ ਹੋਣੀ ਹੈ, ਪਰ ਉਹਦੇ ਕਾਰਨ ਲੱਛਣ ਔਰ ਉਹਦੇ ਤੋਂ ਕਿਵੇਂ ਬਚਾਇਆ ਜਾ ਸਕਦਾ ਕਿਸੇ ਖਾਸ ਜਾਂ ਸਾਡੇ ਆਪਣੇ ਅਜ਼ੀਜ਼ ਨੂੰ, ਉਹਦੇ ਬਾਰੇ ਵੀ ਨੁਕਤੇ ਸਾਂਝੇ ਕਰਨਗੇ ਡਾਕਟਰ ਸ਼ਵੇਤਾ ਮਹਿਤਾ। ਬ੍ਰੇਕ ਤੋਂ ਬਾਅਦ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ। तुझ पर फिदा हम सब का मन, मेरा इंडिया हमारा इंडिया, मेरा इंडिया हमारा इंडिया, मेरा इंडिया पैनोरामा इंडिया, हमारा इंडिया पैनोरामा इंडिया। जय 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 हे। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, ਸਟਰੋਂਗ ਆਨਲਾਈਨ ਪ੍ਰੈਜ਼ੈਂਸ, ਓਪਨ ਹਾਊਸਸ ਅੰਟਿਲ ਸੋਲਡ, ਨੈਗੋਸ਼ੀਏਬਲ ਕਮਿਸ਼ਨ। ਪ੍ਰੋਪਰਟੀ ਕੋਈ ਵੀ ਹੋਵੇ, ਰੈਜ਼ੀਡੈਂਸ਼ੀਅਲ ਬਿਲਡਿੰਗ, ਕਮਰਸ਼ੀਅਲ ਸਪੇਸਿਸ, ਹੋਟਲਸ, ਗੈਸ ਸਟੇਸ਼ਨਸ, ਮੋਟਲਸ ਐਂਡ ਮੈਨੀ ਮੋਰ। ਆਪਣੀ ਡ੍ਰੀਮ ਪ੍ਰਾਪਰਟੀ ਲੈਣ ਲਈ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ 2042920177 ਤੇ। ਸੁਖਵੀਰ ਦੇ ਪੈਸਿਆਂ ਵਾਲੇ ਟਰੱਕ, ਕਿ ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ। ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ, ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। तुझ पर फिदा हम सब का मन, मेरा इंडिया हमारा इंडिया, मेरा इंडिया हमारा इंडिया, मेरा इंडिया पैनोरामा इंडिया, हमारा इंडिया पैनोरामा इंडिया। जय 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 हे। ब्रेक तो बाद फिर तो ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਜੋ ਕਿ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਔਰ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਹੈ ਉਹ 7 ਤੋਂ 8 ਹੋਇਆ ਕਰਦਾ ਹੈ, ਜਿੱਥੇ ਤੁਸੀਂ ਆਪਣੇ ਟੀਵੀ ਸੈੱਟ ਉੱਪਰ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਨਾਲ ਦੀ ਨਾਲ ਫੇਸਬੁੱਕ ਤੇ ਵੀ ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਤੁਸੀਂ ਦੇਖ ਸਕਦੇ ਹੋ। ਔਰ ਜੇਕਰ ਕਿਸੇ ਕਾਰਨ ਬਸ ਤੁਸੀਂ ਇਹ ਪ੍ਰੋਗਰਾਮ ਦੇਖਣੋਂ ਖੁੰਝ ਗਏ ਹੋ ਜਾਂ ਨਹੀਂ ਦੇਖ ਪਾਏ ਤਾਂ ਸਰਚ ਕਰਨਾ ਤੁਸੀਂ ਫੇਸਬੁੱਕ ਦੇ ਉੱਪਰ ਜਾ ਕੇ
ਵਿਜ਼ਨ ਪੰਜਾਬ ਟੀਵੀ ਕੈਨੇਡਾ, ਤਾਂ ਤੁਸੀਂ ਸਰਚ ਕਰਨ ਸਾਰ ਕਲਿੱਕ ਕਰੋ, ਸਾਰੇ ਦੇ ਸਾਰੇ ਪ੍ਰੋਗਰਾਮ ਉੱਥੇ ਮੌਜੂਦ ਨੇ, ਸਾਰੇ ਦੇ ਸਾਰੇ ਲਿੰਕ ਉੱਥੇ ਮੌਜੂਦ ਨੇ, ਚਾਹੇ ਉਹ ਸਾਡੇ ਕੈਨੇਡਾ ਦੇ ਸਟੂਡੀਓਜ਼ ਦੇ ਵਿੱਚੋਂ ਪ੍ਰੋਗਰਾਮ ਪੇਸ਼ ਕੀਤੇ ਹੋਣ ਤੇ ਚਾਹੇ ਉਹ ਇੰਡੀਆ ਦੇ ਕਿਸੇ ਸਟੂਡੀਓ ਦੇ ਵਿੱਚੋਂ ਪ੍ਰੋਗਰਾਮ ਪੇਸ਼ ਕੀਤੇ ਹੋਣ, ਸਾਰੇ ਦੇ ਸਾਰੇ ਲਿੰਕ ਉੱਥੇ ਮੌਜੂਦ ਨੇ। ਤੁਸੀਂ ਕਦੇ ਵੀ ਪ੍ਰੋਗਰਾਮ ਦੇਖਣਾ ਹੋਵੇ ਤਾਂ ਵਿਜ਼ਨ ਪੰਜਾਬ ਟੀਵੀ ਕੈਨੇਡਾ ਫੇਸਬੁੱਕ ਦੇ ਉੱਪਰ ਸਰਚ ਕਰੋਗੇ ਤਾਂ ਸਾਰੇ ਦੇ ਸਾਰੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ। ਸੋ ਅੱਜ ਜੋ ਅਸੀਂ ਪ੍ਰੋਗਰਾਮ ਤੁਹਾਡੀ ਸੇਵਾ 'ਚ ਹਾਜ਼ਰ ਕਰ ਰਹੇ ਹਾਂ, ਵਿਸ਼ਾ ਹੈ ਕਿ ਹਾਰਟ ਅਟੈਕ ਹੋਣ ਦੇ ਕਾਰਨ, ਲੱਛਣ ਅਤੇ ਉਸ ਤੋਂ ਬਚਣ ਦੇ ਸਮਾਧਾਨ ਕੀ ਹੈ। ਔਰ ਦੂਜੀ ਗੱਲ, ਕੋਲੇਸਟ੍ਰੋਲ ਦੇ ਨਾਲ ਜੁੜੀਆਂ ਜਿਹੜੀਆਂ ਬਿਮਾਰੀਆਂ ਨੇ, ਜਿਹਦੇ ਵਿੱਚੋਂ ਇੱਕ ਇਹ ਹਾਰਟ ਅਟੈਕ ਵੀ ਹੈ। ਔਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅੱਜ ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆ ਰਹੀ ਹੈ, ਚਾਹੇ ਜੇ ਅਸੀਂ ਭਾਰਤ ਤੋਂ ਆਏ ਹਾਂ, ਖਾਸ ਕਰਕੇ ਮੈਂ ਪੰਜਾਬ ਦੇ ਨਾਲ ਸਾਡੀਆਂ ਜੜ੍ਹਾਂ ਜੁੜੀਆਂ, ਔਰ ਸਾਨੂੰ ਤੜਕੇ ਵਾਲੀਆਂ ਚੀਜ਼ਾਂ, ਤਲੀਆਂ ਚੀਜ਼ਾਂ ਖਾਣ ਦਾ ਜਿਹੜਾ ਸ਼ੌਕ ਆ, ਸਾਡੀ ਜੀਭ ਨੂੰ ਜੀਭ ਰਸ ਪਿਆ ਹੋਇਆ, ਔਰ ਅਸੀਂ ਉਹ ਛੱਡ ਨਹੀਂ ਪਾਉਂਦੇ। ਔਰ ਸਾਡਾ ਜਿਹੜਾ ਜ਼ੋਰ ਦਿੱਤਾ ਹੁੰਦਾ ਕਿ ਰੋਟੀਆਂ ਵੱਧ ਖਾ ਲਓ ਤੇ ਉਹਦੇ ਨਾਲ ਕਹਿੰਦੇ ਵੀ ਤਾਕਤ ਆਊਗੀ, ਸ਼ਾਇਦ ਅਸੀਂ ਪਹਿਲਾਂ ਇਹ ਸੋਚਦੇ ਹੁੰਦੇ ਸੀ ਕਿਉਂਕਿ ਸਾਡੇ ਕੰਮ ਹੈਵੀ ਹੁੰਦੇ ਸੀ, ਕੰਮ ਭਾਰੇ ਹੁੰਦੇ ਸੀ ਤੇ ਉਦੋਂ ਰੋਟੀਆਂ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਸੋਰਸ ਨਹੀਂ ਸੀ। ਪਰ ਅੱਜ ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ ਤਾਂ ਸਾਡੇ ਕੰਮ ਉਹਨੇ ਹੈਵੀ ਨਹੀਂ ਹੈ, ਤਾਂ ਅਸੀਂ ਰੋਟੀਆਂ ਤੋਂ ਬਿਨਾਂ ਵੀ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਖਾ ਸਕਦੇ ਹਾਂ, ਸਾਡੇ ਕੋਲ ਸੋਰਸਸ ਵੀ ਹੈ, ਤਾਂ ਅਸੀਂ ਆਪਣੀ ਜਾਨ ਬਚਾ ਸਕਦੇ ਹਾਂ, ਆਪਣੇ ਅਜ਼ੀਜ਼, ਆਪਣੇ ਪਿਆਰਿਆਂ ਦੀ ਜਾਨ ਬਚਾ ਸਕਦੇ ਹਾਂ। ਕਿਵੇਂ ਬਚਾ ਸਕਦੇ ਹਾਂ, ਆਓ ਜਾਣਦੇ ਹਾਂ ਡਾਕਟਰ ਸ਼ਵੇਤਾ ਮਹਿਤਾ ਤੋਂ। ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਹੈ। ਹਾਂਜੀ। ਸੋ ਡਾਕਟਰ ਸਾਹਿਬ, ਜਿਹੜਾ ਹਾਰਟ ਅਟੈਕ ਦਾ ਕਾਰਨ ਹੈ, ਆਪਾਂ ਇਸ ਤੋਂ ਨਾਲ ਇੱਕ ਹੋਰ ਸਵਾਲ ਮੈਂ ਕਰਦਾ ਕਿਉਂਕਿ ਬ੍ਰੇਕ ਤੋਂ ਪਹਿਲਾਂ ਇੱਕ ਕਾਲ ਆ ਗਈ ਸੀ ਤੇ ਆਪਣਾ ਪਿੱਛੇ ਰਹਿ ਗਿਆ ਸੀ ਉਹ ਸਵਾਲ ਵੀ। ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜਿਹੜਾ ਹਾਰਟ ਅਟੈਕ ਹੋਣ ਦੇ ਰਿਸਕ ਆ ਉਹ ਜ਼ਿਆਦਾ ਹੈ। ਹਾਂਜੀ। ਔਰ ਇਹ ਕਿਉਂ ਜ਼ਿਆਦਾ? ਇੱਕ ਤਾਂ ਇਹ ਨਾਲ ਦੀ ਨਾਲ ਕਾਰਨ ਵੀ ਜ਼ਰੂਰ ਐਕਸਪਲੇਨ ਕਰ ਦਿਓ ਵੀ ਕੀ ਕਾਰਨ ਹੈ। ਠੀਕ ਹੈ ਜੀ, ਬਿਲਕੁਲ। ਦੇਖੋ ਜੀ, ਕੋਲੇਸਟ੍ਰੋਲ ਹਾਰਟ ਅਟੈਕ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ। ਠੀਕ ਹੈ, ਇਹ ਬਹੁਤ ਵੱਡੀ ਸਟੱਡੀਜ਼ ਹੋਈਆਂ ਨੇ, ਰਿਸਰਚ ਹੋਈ ਹੈ ਤੇ ਉਹਨਾਂ 'ਚ ਇਹ ਪਾਇਆ ਗਿਆ ਹੈ। ਬਟ ਸਿਰਫ ਕੋਲੇਸਟ੍ਰੋਲ ਹੀ ਨਹੀਂ, ਉਹਨਾਂ ਨੇ ਦੇਖਿਆ ਕੁਝ ਹੋਰ ਰੀਜ਼ਨਸ ਵੀ ਨੇ ਜਿਸ ਕਰਕੇ ਹਾਰਟ ਅਟੈਕ ਦਾ ਰਿਸਕ ਵੱਧ ਜਾਂਦਾ ਹੈ। ਸਭ ਤੋਂ ਉੱਤੇ ਉਦੋਂ ਆਉਂਦਾ ਹੈ ਸਮੋਕਿੰਗ। ਜੇ ਤੁਸੀਂ ਸਿਗਰਟ ਪੀਂਦੇ ਹੋ, ਸਮੋਕਿੰਗ ਕਰਦੇ ਹੋ ਤੇ ਤੁਹਾਡੇ ਹਾਰਟ ਅਟੈਕ ਦਾ ਰਿਸਕ ਬਹੁਤ ਹਾਈ ਹੋ ਜਾਂਦਾ ਹੈ। ਠੀਕ ਹੈ। ਤੇ ਆਪਾਂ ਡਾਇਬੀਟੀਜ਼ ਦੀ ਗੱਲ ਕੀਤੀ, ਡਾਇਬੀਟੀਜ਼ 'ਚ ਆਲਮੋਸਟ 2 ਤੋਂ 3 ਗੁਣਾ ਰਿਸਕ ਵੱਧ ਜਾਂਦਾ ਹੈ ਹਾਰਟ ਅਟੈਕ ਹੋਣ ਦਾ। ਅੱਛਾ, ਜਿਨ੍ਹਾਂ ਨੂੰ ਡਾਇਬੀਟੀਜ਼। ਹਾਂਜੀ, ਠੀਕ ਹੈ। ਹਾਂਜੀ, ਠੀਕ ਹੈ। ਤੇ ਕੋਲੇਸਟ੍ਰੋਲ ਹੋਇਆ, ਸਮੋਕਿੰਗ ਹੋਈ, ਡਾਇਬੀਟੀਜ਼ ਹੋਈ ਤੇ ਚੌਥਾ ਬਲੱਡ ਪ੍ਰੈਸ਼ਰ। ਅੱਛਾ। ਜੇ ਹਾਈ ਬਲੱਡ ਪ੍ਰੈਸ਼ਰ ਹੋ, ਅਗੇਨ 1.5 ਤੋਂ 2 ਗੁਣਾ ਰਿਸਕ ਤੁਹਾਡਾ ਹਾਰਟ ਅਟੈਕ ਹੋਣ ਦਾ ਵੱਧ ਜਾਂਦਾ ਹੈ। ਜੇ ਹਾਈ ਬਲੱਡ ਪ੍ਰੈਸ਼ਰ ਹੈ। ਠੀਕ ਹੈ। ਇਹ 4 ਬਹੁਤ ਇੰਪੋਰਟੈਂਟ ਕਾਰਨ ਹੈ। ਫਿਰ ਇਸ ਤੋਂ ਬਾਅਦ ਆਉਂਦਾ ਹੈ ਤੁਹਾਡੀ ਡਾਈਟ ਕਿਹੋ ਜਿਹੀ, ਆਪਾਂ ਥੋੜੀ ਜੀ ਗੱਲ ਕਰ ਚੁੱਕੇ ਹਾਂ ਉਸ ਬਾਰੇ। ਇੱਕ ਵਾਰੀ ਫਿਰ ਮੈਂ ਰਿਪੀਟ ਕਰ ਦਵਾਂ, ਸਭ ਤੋਂ ਪਹਿਲਾਂ ਆਉਂਦਾ ਕੋਲੇਸਟ੍ਰੋਲ। ਜੇ ਕਿਸੇ ਨੂੰ ਬੈਡ ਕੋਲੇਸਟ੍ਰੋਲ ਸਾਡੇ ਸਰੀਰ ਦੇ ਵਿੱਚ ਜ਼ਿਆਦਾ ਮਾਤਰਾ ਬੈਡ ਕੋਲੇਸਟ੍ਰੋਲ ਦੀ, ਤਾਂ ਉਹ ਕਾਰਨ ਬਣ ਜਾਂਦਾ ਹਾਰਟ ਅਟੈਕ। ਬਿਲਕੁਲ ਜੀ। ਦੂਜਾ ਬਣ ਗਿਆ ਸ਼ੂਗਰ। ਹਾਂਜੀ। ਹਾਈ ਸ਼ੂਗਰ ਜਾਂ ਲੋ ਸ਼ੂਗਰ ਦੋਨੇ ਹੋ ਸਕਦੇ? ਨਹੀਂ, ਹਾਈ ਸ਼ੂਗਰ। ਲੋ ਸ਼ੂਗਰ ਨਾਲ ਆਪਣੀ ਕੰਪਲਿਕੇਸ਼ਨਸ ਹੈ, ਬਟ ਆਪਾਂ ਉਹਦੇ 'ਚ ਨਹੀਂ ਜਾਵਾਂਗੇ ਹੁਣੇ। ਹਾਈ ਸ਼ੂਗਰ ਦੇ ਨਾਲ ਹਾਰਟ ਅਟੈਕ ਹੋਣ ਦੇ ਚਾਂਸਸ ਬਿਲਕੁਲ। ਔਰ ਤੀਜਾ ਕਾਰਨ ਤੁਸੀਂ ਦੱਸਿਆ ਹੈਗਾ ਸਮੋਕਿੰਗ। ਹਾਂਜੀ। ਸਮੋਕਿੰਗ ਮਤਲਬ ਬਹੁਤ ਜ਼ਿਆਦਾ ਡੇਂਜਰਸ ਹੈ ਇਸ ਚੀਜ਼ ਲਈ। ਸਮੋਕਿੰਗ ਬਹੁਤ ਉੱਤੇ ਆਂਦੀ ਹੈ, ਕੋਲੇਸਟ੍ਰੋਲ ਤੋਂ ਸੈਕਿੰਡ ਨੰਬਰ ਤੇ ਸਮੋਕਿੰਗ ਆਂਦੀ ਹੈ ਜੇ ਹਾਰਟ ਅਟੈਕ ਦਾ ਰਿਸਕ ਦੇਖੀਏ। ਠੀਕ ਹੈ ਜੀ। ਫਿਰ ਆਪਾਂ ਕਿਹਾ, ਹਾਂਜੀ, ਇੱਕ ਹਾਈ ਬਲੱਡ ਪ੍ਰੈਸ਼ਰ, ਇਹ ਕਾਰਨ ਹਾਰਟ ਅਟੈਕ। ਇਹ 4 ਮੇਨ ਨੇ। ਫਿਰ ਇਸ ਤੋਂ ਇਲਾਵਾ ਹੋਰ ਕਾਰਨ ਹੈ ਜਿਹੜਾ, ਸੌਰੀ ਕਾਲ ਆ ਰਹੀ ਹੈ, ਓਕੇ, ਵਾਰ-ਵਾਰ ਕਾਲ ਆ ਰਹੀ ਹੈ। ਹਾਂਜੀ। ਸੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਸੀ, ਮੈਂ ਮੇਰੇ ਜਿਹੜੀ ਸ਼ੂਗਰ ਸੀ ਉਹਦੇ ਬਾਰੇ ਪਤਾ ਕਰਨਾ ਸੀ। ਤੁਸੀਂ ਦੁਬਾਰਾ ਆਪਣਾ ਸਵਾਲ ਰੱਖੋਗੇ ਕਿ ਕਿਸ ਚੀਜ਼ ਬਾਰੇ ਪਤਾ ਕਰਨਾ? ਸ਼ੂਗਰ ਆ ਉਹਨਾਂ ਨੂੰ। ਹਾਂਜੀ, ਠੀਕ ਹੈ। ਸ਼ੂਗਰ ਕਿੰਨੀ ਹੋਣੀ ਚਾਹੀਦੀ ਆ, ਕੀ ਇਹਦੇ ਬਾਰੇ ਮੈਂ ਪਤਾ ਕਰਨਾ। ਠੀਕ ਹੈ। ਤੇ ਔਰ ਕਿੰਨੀ ਦੇਰ ਤੋਂ ਉਹਨਾਂ ਨੂੰ ਸ਼ੂਗਰ ਹੈ ਤੇ ਉਹਨਾਂ ਦੀ ਜਿਹੜੀ ਏਜ ਹੈ, ਉਮਰ ਹੈ? ਇਹ ਏਜ ਹੈ 67। ਹਾਂ। ਤੇ ਕਿੰਨੀ ਦੇਰ ਤੋਂ ਉਹਨਾਂ ਨੂੰ ਸ਼ੂਗਰ ਹੈ? ਹਾਈ ਸ਼ੂਗਰ ਨੂੰ 25 ਸਾਲ ਤੋਂ। 25 ਸਾਲ ਤੋਂ। ਮਤਲਬ ਤੁਸੀਂ ਇਹ ਜਾਣਨਾ ਚਾਹੁੰਦੇ ਆ ਵੀ ਕਿੱਥੇ ਇੱਕ ਬੈਲੈਂਸ ਬਣਦਾ ਜਾਂ ਕਿੱਥੇ ਜਾ ਕੇ ਉਹ ਸਹੀ ਰਹਿਣੀ ਚਾਹੀਦੀ ਹੈ, ਇਹ ਤੁਹਾਡਾ ਸਵਾਲ ਹੈ। ਹਾਂ। ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਔਰ ਤੁਹਾਡਾ ਜਿਹੜਾ ਸਵਾਲ ਦਾ ਜਵਾਬ ਹੈ ਡਾਕਟਰ ਮਹਿਤਾ ਤੁਹਾਨੂੰ ਆਫ ਦੀ ਏਅਰ ਦਿੰਦੇ ਆ। ਸ਼ੁਕਰੀਆ ਕਾਲ ਕਰਨ ਲਈ ਜੀ। ਡਾਕਟਰ ਸਾਹਿਬ, ਤੁਸੀਂ ਦੱਸ ਰਹੇ ਸੀ 4 ਜਿਹੜੇ ਕਾਰਨ ਹੈ ਹਾਰਟ ਅਟੈਕ ਦੇ ਆ, ਉਹ ਆਪਾਂ ਸਾਂਝੇ ਕੀਤੇ ਆ। ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਉਹਨਾਂ ਦਾ ਇੱਕ ਸਵਾਲ ਹੈ ਜਿਹੜਾ ਉਹ ਬੜਾ
ਕਾਮਨ ਸਵਾਲ ਕਹਿ ਲਓ ਕਿ ਵੀ ਆਮ ਸ਼ੂਗਰ ਦਾ ਲੈਵਲ ਕਿੱਥੇ ਕਿ ਜਾ ਕੇ ਸੈੱਟ ਹੋਣਾ। ਤੇ ਆਪਾਂ ਜਿਵੇਂ ਕਹਿੰਦੇ ਆ ਕਿ ਆਪਾਂ ਜਿਹੜਾ ਇੱਕ ਕਹਿੰਦੇ ਆ 3 ਮਹੀਨੇ ਦੀ ਜਿਹੜੀ ਸ਼ੂਗਰ ਐਵਰੇਜ ਹੁੰਦੀ ਹੈ, ਆਪਾਂ HbA1c ਉਹਨੂੰ ਕਹਿੰਦੇ ਆ, ਠੀਕ ਹੈ। ਉਹ ਤੁਹਾਡੀ ਜੇ ਨਾਰਮਲ ਬੰਦਾ ਹੈ ਕੋਈ ਵੀ, ਉਹਦੀ 6 ਤੋਂ ਥੱਲੇ ਹੁੰਦੀ ਹੈ, 6%। ਠੀਕ ਹੈ। ਇਹ ਡਿਫਰੈਂਟ ਹੈ ਜਿਹੜੀ ਤੁਸੀਂ ਔਨ ਦਾ ਸਪੌਟ ਕਰਦੇ ਹੋ। ਮੈਂ ਪਹਿਲੇ ਵੀ ਇਹ ਦੱਸਿਆ, ਆਮ ਕਲੀਅਰਿੰਗ, ਹਾਂ, ਸੂਈ ਦੇ ਨਾਲ ਕਰਦੇ ਆ ਜਾਂ ਇਮੀਡੀਏਟਲੀ ਬਲੱਡ ਨਿਕਲਵਾ ਕੇ ਉਸ ਟਾਈਮ ਸ਼ੂਗਰ ਕਰਦੇ ਹੋ, ਹੈ ਨਾ, ਉਸ ਤੋਂ ਡਿਫਰੈਂਟ ਹੈ। ਆਪਾਂ 3 ਮਹੀਨੇ ਦੀ ਐਵਰੇਜ ਲੈ ਰਹੇ ਹਾਂ, ਉਹ 3 ਮਹੀਨੇ ਦੀ ਐਵਰੇਜ 6 ਤੋਂ ਥੱਲੇ ਹੋਣੀ ਚਾਹੀਦੀ ਹੈ, 6% ਤੋਂ ਥੱਲੇ। 6 ਤੋਂ ਥੱਲੇ ਜੇ 6 ਤੋਂ 6.5 ਹੋ, ਆਪਾਂ ਕਹਿੰਦੇ ਆ ਤੁਹਾਨੂੰ ਪ੍ਰੀ ਡਾਇਬੀਟੀਜ਼ ਹੈ। ਪ੍ਰੀ ਡਾਇਬੀਟੀਜ਼ ਮਤਲਬ ਹਲੇ ਸ਼ੂਗਰ ਸ਼ੁਰੂ ਨਹੀਂ ਹੋਈ ਬਟ ਤੁਹਾਡਾ ਰਿਸਕ ਬਹੁਤ ਹਾਈ ਹੋ ਗਿਆ ਹੈ, ਤੁਸੀਂ ਉਸ 6.5 ਹੈ, ਹਾਂਜੀ 6 ਤੋਂ 6.4 ਤੱਕ ਹੈ। 4 ਤੱਕ, ਠੀਕ ਹੈ। ਜੇ 6.5 ਐਂਡ ਅਬਵ ਹੈ ਤੇ ਆਪਾਂ ਕਹਿੰਦੇ ਆ ਤੁਹਾਨੂੰ ਸ਼ੂਗਰ ਦੀ ਬਿਮਾਰੀ ਸ਼ੁਰੂ ਹੋ ਗਈ ਹੈ। ਅੱਛਾ। ਪਰ ਜੇ ਤੁਹਾਨੂੰ ਆਲਰੇਡੀ ਸ਼ੂਗਰ ਹੈ ਪਹਿਲਾਂ ਤੋਂ, ਤੁਸੀਂ ਡਾਇਗਨੋਸਡ ਹੋ ਡਾਇਬੀਟੀਜ਼ ਤੇ ਡਿਪੈਂਡ ਕਰਦੇ ਤੁਹਾਡੀ ਏਜ ਕਿੰਨੀ ਹੈ, ਤੁਹਾਨੂੰ ਹੋਰ ਕਿੰਨੀਆਂ ਬਿਮਾਰੀਆਂ ਹੈ, ਤੁਹਾਡਾ ਸ਼ੂਗਰ ਕੰਟਰੋਲ ਕਿਹੋ ਜਿਹਾ ਰਿਹਾ ਹੈ ਪਾਸਟ, ਉਸ 'ਚ ਆਪਾਂ ਕਹਿੰਦੇ ਆ ਤੁਹਾਡੀ 7.5 ਤੋਂ ਘੱਟ ਹੋਣੀ ਚਾਹੀਦੀ ਹੈ। ਜਿਹੜਾ 3 ਮਹੀਨੇ ਦਾ ਐਵਰੇਜ ਹੈ 7.5% ਤੋਂ ਘੱਟ ਹੋਣਾ ਚਾਹੀਦਾ ਹੈ, ਜਾਂ ਆਈਡੀਅਲੀ ਜੇ ਕਰ ਸਕਦੇ ਹੋ ਤਾਂ 7 ਤੋਂ ਘੱਟ ਵੀ ਜਾ ਸਕਦਾ ਹੈ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਸਰ ਇੱਕ ਸਵਾਲ ਸੀ ਸਾਡਾ ਜੀ। ਤੇ ਮੇਰਾ ਨਾ ਗੁੱਡ ਕੋਲੇਸਟ੍ਰੋਲ 0.5 ਘੱਟ ਆ ਰਿਹਾ। ਅੱਛਾ। ਉਹਦੇ ਬਾਰੇ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਵੀ ਕਿਹੜੀ ਖੁਰਾਕ ਦੇ ਨਾਲ ਇਹ ਪੂਰਾ ਹੋ ਸਕਦਾ ਹੈ, ਕਿਉਂਕਿ ਅਸੀਂ ਵੈਜੀਟੇਰੀਅਨ ਹੈ ਤੇ ਇਹਦੇ ਕੀ ਨੁਕਸਾਨ ਨੇ? ਤੇ ਤੁਹਾਨੂੰ ਬੈਡ ਕੋਲੇਸਟ੍ਰੋਲ ਤਾਂ ਨਹੀਂ ਕਿਤੇ ਵਧਿਆ ਹੋਇਆ ਨਜ਼ਰ ਆਇਆ ਕਿਤੇ ਕੋਈ ਟੈਸਟ ਦੇ ਵਿੱਚ? ਉਹ ਨਾਰਮਲ ਹੈ, ਉਹ ਨਾਰਮਲ ਹੈ ਸਰ। ਠੀਕ ਹੈ। ਤੇ ਤੁਹਾਡੀ ਏਜ ਕਿੰਨੀ ਹੈ ਤੁਹਾਡੀ, ਮੈਂ ਉਮਰ ਜਾਣ ਸਕਦਾ? ਹਾਂ ਸਰ 57 ਹੈ ਜੀ। 57। ਤੇ 0.5 ਜਿਹੜਾ ਤੁਹਾਨੂੰ ਉਹ ਘੱਟ ਆ ਰਿਹਾ? ਹਾਂਜੀ ਦਾ ਗੁੱਡ ਕੋਲੇਸਟ੍ਰੋਲ। ਜੀ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਔਰ ਤੁਸੀਂ ਆਫ ਦੀ 에ਅਰ ਸੋਲੋ ਡਾਕਟਰ ਸਾਹਿਬ ਤੁਹਾਨੂੰ ਜਵਾਬ ਦਿੰਦੇ ਜੀ। ਡਾਕਟਰ ਸਾਹਿਬ ਹਾਂਜੀ, ਇਹਨਾਂ ਨੇ ਬਹੁਤ ਸਹੀ ਸਵਾਲ ਕੀਤਾ ਹੈ। ਇਹ ਆਪਾਂ ਗੱਲ ਵੀ ਕਰਨ ਲੱਗੇ ਆ ਅੱਗੇ ਕਿ ਜਿਹੜੀ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਉਹਨਾਂ ਦਾ ਬੈਡ ਕੋਲੇਸਟ੍ਰੋਲ ਉਹਨਾਂ ਹਾਈ ਨਹੀਂ ਹੁੰਦਾ, ਉਹਨਾਂ ਦਾ ਗੁੱਡ ਕੋਲੇਸਟ੍ਰੋਲ ਲੋ ਹੁੰਦਾ ਹੈ। ਅੱਛਾ, ਮਤਲਬ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜੇ ਪੰਜਾਬ ਦੇ ਹਾਂਜੀ ਸਾਊਥ ਏਸ਼ੀਅਨ ਮੈਂ ਬੋਲਾਂਗੀ, ਸਿਰਫ ਪੰਜਾਬ ਨਹੀਂ, ਜਿਹੜੇ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਇਹ ਪੂਰੇ ਏਰੀਆ ਦੇ ਨੇ। ਜਿਹੜੀ ਸਟੱਡੀਜ਼ ਹੋਈਆਂ ਨੇ ਉਹਨਾਂ ਨੇ ਦਿਖਾਇਆ ਕਿ ਸਾਡਾ ਜਿਹੜਾ ਬੈਡ ਕੋਲੇਸਟ੍ਰੋਲ ਹੈ ਉਹ ਵੱਧਦਾ ਹੈ। ਮੈਂ ਇਹ ਨਹੀਂ ਕਹਿ ਰਹੀ ਨਹੀਂ ਵੱਧਦਾ, ਬਟ ਬਾਕੀ ਪੋਪੂਲੇਸ਼ਨ ਦੇ ਮੁਕਾਬਲੇ ਉਹਨਾਂ ਨਹੀਂ ਵੱਧਦਾ। ਸਾਡੀ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਹੈ ਗੁੱਡ ਕੋਲੇਸਟ੍ਰੋਲ ਸਾਡਾ ਬਹੁਤ ਲੋ ਜਾਂਦਾ ਹੈ, ਲੋ ਚਲਾ ਜਾਂਦਾ ਹੈ। ਇਸ ਕਰਕੇ ਸਾਡਾ ਹਾਰਟ ਅਟੈਕ ਦਾ ਖਤਰਾ ਇੱਕ ਤਰ੍ਹਾਂ ਵੱਧ ਜਾਂਦਾ ਹੈ। ਅੱਛਾ, ਮਤਲਬ ਜੇ ਸਾਡਾ ਜਿਹੜਾ ਗੁੱਡ ਕੋਲੇਸਟ੍ਰੋਲ ਹੈ ਉਹ ਜੇਕਰ ਲੋ ਚਲਾ ਜਾਵੇ ਤਾਂ ਵੀ ਇਹ ਪੰਜਵਾਂ ਕਾਰਨ ਜਿਹੜਾ ਤੁਸੀਂ ਮੈਡਮ ਉਹ ਵਿੱਚ ਮੈਂਸ਼ਨ ਨਹੀਂ ਕੀਤਾ। ਆਪਾਂ ਨਹੀਂ, ਇਹ ਨਾ ਆਪਾਂ ਕੀ ਕਹਿੰਦੇ ਆ, ਤੁਸੀਂ ਐਬਸੋਲੂਟ ਨੰਬਰ ਨਹੀਂ ਦੇਖਦੇ, ਤੁਸੀਂ ਰੇਸ਼ੋ ਦੇਖਦੇ ਹੋ ਗੁੱਡ ਤੇ ਬੈਡ ਕੋਲੇਸਟ੍ਰੋਲ ਦੀ, ਕਿਉਂਕਿ ਗੁੱਡ ਤੁਹਾਨੂੰ ਪ੍ਰੋਟੈਕਟ ਕਰਦਾ ਹੈ, ਬੈਡ ਤੁਹਾਨੂੰ ਉਹ ਕਰਦਾ, ਤੇ ਤੁਹਾਡਾ ਗੁੱਡ ਜ਼ਿਆਦਾ ਹੋਣਾ ਚਾਹੀਦਾ ਹੈ, ਬੈਡ ਘੱਟ ਹੋਣਾ ਚਾਹੀਦਾ ਹੈ। ਸਾਡੀ ਕਮਿਊਨਿਟੀ 'ਚ ਗੁੱਡ ਯੂਜੂਅਲੀ ਟੂਵਰਡਸ ਲੋਅਰ ਸਾਈਡ ਹੁੰਦਾ ਹੈ, ਹਾਂਜੀ ਨਾਰਮਲ ਤੋਂ ਲੋ ਹੁੰਦਾ ਹੈ। ਠੀਕ ਹੈ। ਪ੍ਰੋਬਲਮ ਇਜ਼ ਗੁੱਡ ਕੋਲੇਸਟ੍ਰੋਲ ਨੂੰ ਵਧਾਉਣਾ ਇਜ਼ ਨਾਟ ਈਜ਼ੀ। ਅੱਛਾ, ਇਹ ਪ੍ਰੋਬਲਮ ਹੈ। ਇਸ ਲਈ ਆਪਾਂ ਬਹੁਤ ਸਟ੍ਰੈਸ ਕਰਦੇ ਹਾਂ ਕਿ ਤੁਸੀਂ ਆਪਣਾ ਬੈਡ ਘੱਟ ਤੋਂ ਘੱਟ ਰੱਖੋ ਤਾਂ ਕਿ ਉਹ ਬੈਲੈਂਸ ਕਰ ਜਾਵੇ। ਮਤਲਬ ਜਿਹੜਾ ਸਾਡਾ ਬੈਡ ਕੋਲੇਸਟ੍ਰੋਲ ਹੈ, ਮੈਂ ਦਰਸ਼ਕਾਂ ਨੂੰ ਦੱਸਦਾ ਜਿਨ੍ਹਾਂ ਨੇ ਕਾਲ ਕੀਤੀ ਸੀ ਕਿ ਸਾਡਾ ਬੈਡ ਕੋਲੇਸਟ੍ਰੋਲ ਹੈ, ਜੇਕਰ ਤੁਹਾਡਾ ਨਾਰਮਲ ਆ ਰਿਹਾ ਉਹਨੂੰ ਤੁਸੀਂ ਹੋਰ ਘੱਟ ਕਰ ਲਓ, ਨਾਰਮਲ ਤੋਂ ਵੀ ਘੱਟ ਕਰ ਲਓ। ਔਰ ਜਿਹੜਾ ਤੁਹਾਡਾ ਗੁੱਡ ਕੋਲੇਸਟ੍ਰੋਲ ਆ 0.5 ਤੁਸੀਂ ਜ਼ਿਕਰ ਕੀਤਾ ਸੀ, 0.5 ਤੋਂ ਮਤਲਬ ਥੱਲੇ ਆ ਰਿਹਾ ਤੁਹਾਨੂੰ, ਤਾਂ ਉਹਦਾ ਡਾਕਟਰ ਸਾਹਿਬ ਦਾ ਕਹਿਣਾ ਕਿ ਉਹਨੂੰ ਅਪ ਕਰਨਾ ਥੋੜਾ ਮੁਸ਼ਕਿਲ ਹੈ, ਲੇਕਿਨ ਬੈਡ ਕੋਲੇਸਟ੍ਰੋਲ ਨੂੰ ਥੱਲੇ ਲੈ ਕੇ ਜਾਣਾ ਇਹ ਸੌਖਾ ਹੈ। ਉਹ ਕਿਵੇਂ ਹੈ ਉਹਦੇ ਬਾਰੇ ਵੀ ਜਾਣਾਂਗੇ, ਪਰ ਖੁਰਾਕ ਬਾਰੇ ਉਹਨਾਂ ਨੇ ਪਹਿਲਾਂ ਦੱਸਿਆ। ਸੋ ਮੈਡਮ ਤੇ ਮੈਂ ਇੱਕ ਹੋਰ ਐਡ ਕਰਾਂਗੀ, ਗੁੱਡ ਕੋਲੇਸਟ੍ਰੋਲ ਆਪਾਂ ਕਹਿੰਦੇ ਆ ਇੱਕ ਤਾਂ ਇਫ ਯੂ ਐਕਸਰਸਾਈਜ਼ ਇਨ ਫਰੈਸ਼ ਏਅਰ, ਠੀਕ ਹੈ। ਇੱਕ ਹੁੰਦੇ ਤੁਸੀਂ ਜਿਮ 'ਚ ਐਕਸਰਸਾਈਜ਼ ਕਰ ਰਹੇ ਹੋ ਬਹੁਤ ਸਾਰੀ, ਇੱਕ ਹੈ ਤੁਸੀਂ ਬਾਹਰ ਜਾ ਕੇ ਵਰਜਿਸ਼ ਕਰ ਰਹੇ ਹੋ, ਐਕਸਰਸਾਈਜ਼ ਕਰ ਰਹੇ ਹੋ, ਸੈਰ ਕਰ ਰਹੇ ਹੋ। ਕੁਝ ਸਟੱਡੀਜ਼ ਨੇ ਦਿਖਾਇਆ ਉਹਦੇ ਨਾਲ ਤੁਹਾਡਾ ਗੁੱਡ ਕੋਲੇਸਟ੍ਰੋਲ ਥੋੜਾ ਜਿਹਾ ਵੱਧ ਜਾਂਦਾ ਹੈ। ਦੂਜਾ ਫਿਸ਼ ਖਾਂਦੇ ਹੋ ਜੇ ਹਫਤੇ 'ਚ 2-3 ਵਾਰੀ, ਜਿਵੇਂ ਬੇਕ ਤੇ ਗ੍ਰਿਲਡ, ਉਹਦੇ ਨਾਲ ਵੀ ਗੁੱਡ ਕੋਲੇਸਟ੍ਰੋਲ ਥੋੜਾ ਜਿਹਾ ਵੱਧ ਜਾਂਦਾ ਹੈ। ਤੀਜਾ, ਜੇ ਤੁਸੀਂ ਆਪਣੀ ਸ਼ੂਗਰ ਕੰਟਰੋਲ ਕਰਦੇ ਹੋ, ਕਿਉਂਕਿ ਮੈਂ ਕਿਹਾ ਨਾ ਉਹ ਸਾਰਾ ਕੁਝ ਮਿਲਿਆ ਹੋਇਆ ਹੈ ਆਪਸ 'ਚ, ਇਹ ਆਪਸ ਦੇ ਵਿੱਚ ਕਨੈਕਸ਼ਨ ਨੇ ਬੋਡੀ 'ਚ, ਤੇ ਜੇ ਸ਼ੂਗਰ ਕੰਟਰੋਲ ਕਰਦੇ ਹੋ ਆਪਣੀ, ਉਸ ਨਾਲ ਵੀ ਕਈ ਵਾਰ ਤੁਹਾਡਾ ਗੁੱਡ ਕੋਲੇਸਟ੍ਰੋਲ ਥੋੜਾ ਜਿਹਾ ਉੱਤੇ ਜਾਂਦਾ ਹੈ। ਬਟ ਓਵਰਆਲ ਮੈਡੀਸਨ ਦੇ ਵਿੱਚ
ਗੁੱਡ ਕੋਲੇਸਟ੍ਰੋਲ बढ़ाना इज नॉट ईजी, इसलिए ਆਪਾਂ ਕਹਿੰਦੇ ਆ ਕਿ ਤੁਸੀਂ ਆਪਣਾ ਬੈਡ ਘੱਟ ਤੋਂ ਘੱਟ ਕਰੋ। ਹਾਂਜੀ। ਪਰ ਜਿਹੜਾ ਤੁਸੀਂ ਫਿਸ਼ ਦੀ ਗੱਲ ਕੀਤੀ ਆ, ਹੁਣ ਫਿਸ਼ ਤੋਂ ਇਲਾਵਾ ਹੋਰ ਵੀ ਕੋਈ ਖੁਰਾਕ ਹੈ ਜਿਹਦੇ ਨਾਲ ਸਾਡਾ ਜਿਹੜਾ ਗੁੱਡ ਕੋਲੇਸਟ੍ਰੋਲ ਹੈ ਜਿਹੜਾ ਉਹ ਅਪ ਹੋ ਸਕਦਾ? ਨਹੀਂ, ਨਾਟ ਟੂ ਮਾਈ ਬੈਸਟ ਨੌਲੇਜ। ਆਪਾਂ ਕਹਿੰਦੇ ਜੇ ਤੁਸੀਂ ਹੈਲਦੀ ਵੈਲ ਬੈਲੈਂਸ ਡਾਈਟ ਖਾਂਦੇ ਹੋ, ਜਿਵੇਂ ਮੈਂ ਕਿਹਾ ਕਿ ਤੁਸੀਂ ਖਾਣੀ ਚਾਹੀਦੀ ਹੈ, ਉਹਦੇ ਨਾਲ ਕੀ ਹੋਏਗਾ, ਤੁਸੀਂ ਗੁੱਡ ਤੇ ਬੈਡ ਦਾ ਬੈਲੈਂਸ ਬਣਾ ਕੇ ਰੱਖ ਪਾਓਗੇ, ਹੈ ਨਾ। ਜਿਵੇਂ ਮੈਂ ਕਿਹਾ ਕਿ ਗੁੱਡ ਐਜ਼ ਸੱਚ ਉੱਤੇ ਕਰਨਾ ਥੋੜਾ ਮੁਸ਼ਕਿਲ ਹੈ, ਬਟ ਵੀ ਹੈਵ ਟੂ ਟਰਾਈ ਕਿ ਜਿੰਨੇ ਨਾਲ ਥੋੜਾ ਜਿਹਾ ਵੱਧ ਜਾਏ, ਨਹੀਂ ਤਾਂ ਆਪਾਂ ਓਵਰਆਲ ਕੰਟਰੋਲ ਰੱਖੀਏ ਆਪਣੇ ਫੈਟ ਇਨਟੇਕ ਦਾ, ਆਪਣੇ ਕਾਰਬੋਹਾਈਡਰੇਟ ਇਨਟੇਕ ਦਾ, ਤੇ ਆਪਣੀ ਐਕਸਰਸਾਈਜ਼ ਕਰੀਏ ਰੈਗੂਲਰਲੀ। ਤੇ ਕਹਿੰਦੇ ਐਕਸਰਸਾਈਜ਼ ਫਰੈਸ਼ ਏਅਰ 'ਚ ਜੇ ਕਰੋ ਤੇ ਹੋਰ ਵੀ ਬੈਨੀਫੀਸ਼ੀਅਲ ਹੈ। ਬਹੁਤ ਅੱਛਾ। ਔਰ ਇਹ ਜੇ ਐਕਸਰਸਾਈਜ਼ ਦਾ ਨਾਲ ਦੀ ਨਾਲ ਜੇ ਆਪਾਂ ਫਰੈਸ਼ ਏਅਰ ਦੀ ਗੱਲ ਕਰ ਰਹੇ ਹਾਂ ਹੁਣ, ਤਾਂ ਅਸੀਂ ਸਮਾਂ ਵੀ ਥੋੜਾ ਜਿਹਾ ਕੋਈ ਨਿਰਧਾਰਿਤ ਕਰ ਲਈਏ ਕਿ ਸਵੇਰੇ ਜਾਂ ਸ਼ਾਮ ਨੂੰ? ਡਸਨਟ ਮੈਟਰ। ਆਪਾਂ ਕਹਿੰਦੇ ਆ ਕਿ ਤੁਸੀਂ ਐਕਸਰਸਾਈਜ਼ ਤਾਂ ਕਰੋ ਜੀ, ਡਸਨਟ ਮੈਟਰ। ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਹਾਈ ਰਿਸਕ ਹੈ, ਜਿਹੜਾ ਹਾਰਟ ਅਟੈਕ ਆਉਣ ਦਾ, ਤੁਸੀਂ ਉਹਦੇ ਕਾਰਨ ਦੱਸੇ ਆ, ਤਾਂ ਮੈਡਮ ਜਦੋਂ ਮੈਂ ਪਹਿਲਾਂ ਭੂਮਿਕਾ ਦੇ ਵਿੱਚ ਵੀ ਦੱਸਿਆ ਸੀ, ਲੱਛਣ ਸਾਨੂੰ ਕੋਈ ਵਾਰੀ ਨਜ਼ਰ ਨਹੀਂ ਆਉਂਦੇ। ਸੋ ਤੁਸੀਂ, ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਜਦੋਂ ਕਿਸੇ ਨੂੰ ਕਿਹੜੀਆਂ ਚੀਜ਼ਾਂ ਤੁਹਾਨੂੰ ਨਜ਼ਰ ਆਉਣ ਕਿ ਉਹਨੂੰ ਐਂ ਲੱਗੇ ਕਿ ਵੀ ਹਾਰਟ ਅਟੈਕ ਹੋ ਰਿਹਾ, ਤਾਂ ਅਸੀਂ ਜਲਦੀ ਐਮਰਜੈਂਸੀ ਕਾਲ ਕਰ ਸਕੀਏ? ਹਾਂਜੀ, ਦੇਖੋ ਜੀ, ਸਭ ਤੋਂ ਪਹਿਲਾਂ ਤਾਂ it's a very good question। ਜਿਹੜਾ ਸਭ ਤੋਂ ਮੇਨ ਸਿੰਪਟਮ ਹੁੰਦਾ ਹੈ ਕਿਸੇ ਵੀ ਹਾਰਟ ਅਟੈਕ ਦਾ, ਉਹ ਹੁੰਦਾ ਹੈ ਚੈਸਟ ਪੇਨ। ਠੀਕ ਹੈ। ਚੈਸਟ ਪੇਨ ਕਿਤੇ ਵੀ ਹੋ ਸਕਦੀ ਹੈ, ਬਟ ਆਪਾਂ ਕਹਿੰਦੇ ਲੈਫਟ ਸਾਈਡ, ਸਾਡਾ ਹਾਰਟ ਲੈਫਟ ਸਾਈਡ ਤੇ ਹੁੰਦਾ, ਤੇ ਆਪਾਂ ਕਹਿੰਦੇ ਲੈਫਟ ਸਾਈਡ ਦੀ ਚੈਸਟ ਪੇਨ। ਇਹ ਪੇਨ ਜਾਂ ਤਾਂ ਐਵੇਂ ਲੱਗਦਾ ਜਿਵੇਂ ਬਹੁਤ ਛਾਤੀ ਭਾਰੀ ਹੋ ਰਹੀ ਹੈ, ਜਾਂ ਜਿਵੇਂ ਸੂਈਆਂ ਚੁੱਭ ਰਹੀਆਂ ਨੇ। ਠੀਕ ਹੈ, ਇਹ ਸਭ ਲੱਛਣ ਹੁੰਦੇ ਹਾਰਟ ਅਟੈਕ ਦੇ। ਕਈ ਵਾਰੀ ਕਈ ਲੋਕਾਂ ਨੂੰ ਕੀ ਹੁੰਦਾ ਹੈ ਕਿ ਪ੍ਰੋਪਰ ਹਾਰਟ ਅਟੈਕ ਨਹੀਂ ਹੁੰਦਾ, ਬਟ ਜੇ ਫੋਰ ਐਗਜ਼ਾਮਪਲ ਉਹ ਸੀੜੀਆਂ ਚੜ ਰਹੇ ਨੇ, ਉਹਨਾਂ ਦਾ ਸਾਹ ਫੁੱਲਦਾ ਹੈ ਤੇ ਥੋੜੀ ਜਿਹੀ ਛਾਤੀ 'ਚ ਦਰਦ ਹੁੰਦੀ ਹੈ, ਉਹ ਬਹਿੰਦੇ ਨੇ, ਠੀਕ ਹੋ ਜਾਂਦਾ ਹੈ। ਦੈਟਸ ਅਗੇਨ ਡੇਂਜਰ ਸਾਈਨ ਕਿ ਹੋ ਸਕਦਾ ਹੈ ਤੁਹਾਡੇ ਅੰਦਰ ਕੋਈ ਬਲੋਕੇਜ ਸ਼ੁਰੂ ਹੋ ਗਈ ਹੈ। ਠੀਕ ਹੈ, ਤਾਂ ਦੈਟ ਯੂ ਹੈਵ ਟੂ ਬੀ ਕੇਅਰਫੁਲ। ਤੇ ਇਹ ਜਿਹੜੀ ਪੇਨ ਹੁੰਦੀ ਹੈ ਕਈ ਵਾਰੀ ਤਾਂ ਛਾਤੀ 'ਚ ਰਹਿੰਦੀ ਹੈ, ਕਈ ਵਾਰੀ ਇਹ ਸ਼ੋਲਡਰ, ਲੈਫਟ ਸ਼ੋਲਡਰ ਤੇ ਆਰਮ 'ਚ ਆ ਜਾਂਦੀ ਹੈ, ਕਈ ਵਾਰੀ ਇਹ ਉੱਤੇ ਜਾਂਦੀ ਹੈ ਤੁਹਾਡੇ ਮੂੰਹ, ਜੌ ਤੇ ਸਾਈਡ ਤੇ। ਇਹੋ ਜੀ ਕੋਈ ਵੀ ਪੇਨ ਹੋ ਰਹੀ ਹੋ, ਛਾਤੀ 'ਚ ਹੈਵੀਨੈਸ ਹੋ ਰਹੀ ਹੋ, ਪੇਨ ਹੋ ਰਹੀ ਹੋ, ਜਾਂ ਤੁਹਾਨੂੰ ਸਾਹ ਲੈਣ ਦੀ ਤਕਲੀਫ ਹੋ ਰਹੀ ਹੋ, ਤੇ ਤੁਸੀਂ ਐਮਰਜੈਂਸੀ 911 ਕਾਲ ਕਰੋ ਜਾਂ ਸਿੱਧਾ ਐਮਰਜੈਂਸੀ ਜਾਓ। ਦੈਟਸ ਵੈਰੀ ਵੈਰੀ ਇੰਪੋਰਟੈਂਟ। ਸੋ ਇਹ ਚੀਜ਼ਾਂ ਜਿਹੜੇ ਤੁਸੀਂ ਲੱਛਣ ਦੱਸੇ ਨੇ, ਇਹਨਾਂ ਨੂੰ ਆਪਾਂ ਇੱਕ ਨਾਰਮਲ ਜਾਂ ਇਗਨੋਰ ਨਹੀਂ ਕਰਨਾ ਚਾਹੀਦਾ? ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਹਾਰਟ ਅਟੈਕ ਹੁੰਦੇ ਨੇ, ਉਹ ਸਾਇਲੈਂਟ ਵੀ ਹੁੰਦੇ ਨੇ ਕਿ ਪਤਾ ਹੀ ਨਹੀਂ ਚੱਲਦਾ, ਹੈ ਨਾ। ਉਹ ਫਿਰ ਕਈ ਵਾਰੀ ਸੁੱਤੇ ਪਏ ਹੋ ਜਾਂਦਾ, ਉਹ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ। ਉਸ ਦਾ ਪ੍ਰੀਵੈਂਸ਼ਨ ਇਹੀ ਹੈ ਕਿ ਤੁਸੀਂ ਉਸ ਤੋਂ ਪਹਿਲਾਂ ਆਪਣੇ ਰੈਗੂਲਰ ਚੈੱਕਅਪ ਕਰਾਓ। ਜੇ ਆਪਾਂ ਇਹ ਸਾਰੇ ਰਿਸਕ ਫੈਕਟਰਸ ਦੀ ਗੱਲ ਕੀਤੀ, ਇਹ ਹੈ ਤੁਹਾਡੇ 'ਚ ਕੋਈ ਹੈ, ਤੇ ਉਹਨਾਂ ਦਾ ਆਪਣਾ ਪੂਰਾ ਇਲਾਜ ਕਰਾਓ, ਟ੍ਰੀਟਮੈਂਟ ਕਰਾਓ, ਆਪਣੇ ਡਾਕਟਰ ਨਾਲ ਆਪਣੀ ECG ਕਰਾਓ। 5 ਇਅਰਸ ਐਵਰੀ 5 ਇਅਰਸ ਕਰਦੇ ਨੇ ਜਾਂ ਕੋਈ ਵੀ ਤੁਹਾਨੂੰ ਸਿੰਪਟਮ ਹੈ, ਤੁਹਾਡੀ ਫੈਮਿਲੀ 'ਚ ਹਾਰਟ ਅਟੈਕਸ ਨੇ, ਰੇਜ਼ਡ ਕੋਲੇਸਟ੍ਰੋਲ ਹੈ, ਇਹੋ ਜਿਹਾ ਕੋਈ ਵੀ ਤੁਹਾਡੀ ਫੈਮਿਲੀ 'ਚ ਹੈ, ਤੇ ਤੁਹਾਡਾ ਕੋਲੇਸਟ੍ਰੋਲ ਜੇ ਕਦੇ ਮਾਪਿਆ ਹੀ ਨਹੀਂ ਗਿਆ ਜਾਂ ਬਾਰਡਰਲਾਈਨ ਹਾਈ ਵੀ ਹੈ, ਫਿਰ ਵੀ ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਜ਼ਰੂਰ ਇੱਕ ਵਾਰੀ ਕਹੋ ਕਿ ਮੈਨੂੰ ਇਹੋ ਜਿਹੇ ਸਿੰਪਟਮਸ ਹੋ ਰਹੇ ਨੇ। ਉਹ ਫਿਰ ਤੁਹਾਨੂੰ ECG ਲਈ ਜਾਂ ਹੋਰ ਹਾਰਟ ਦੇ ਸਟ੍ਰੈਸ ਟੈਸਟ ਹੁੰਦੇ ਨੇ, ਸਾਰਾ ਹੁੰਦਾ, ਉਸ ਲਈ ਭੇਜਣਗੇ। ਜੇ ਕਦੇ ਵੀ ਕਿ ਇਸ ਤਰ੍ਹਾਂ ਦਾ ਕਦੇ ਫੀਲ ਹੁੰਦਾ ਤੇ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਔਰ ਤੁਸੀਂ ਬਹੁਤ ਪਿਆਰ ਦੇ ਰਹੇ ਹੋ, ਅੱਜ ਜੋ ਅਸੀਂ ਪ੍ਰੋਗਰਾਮ ਦੇ ਵਿੱਚ ਜੋ ਵਿਸ਼ਾ ਲੈ ਕੇ ਆ ਰਹੇ ਹਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਡਾਕਟਰ ਸਾਹਿਬ ਦੇ ਤਜਰਬੇ ਦੇ ਮੁਤਾਬਕ, ਅਗਰ ਤੁਹਾਨੂੰ ਲੱਗਦਾ ਹੈ ਕਿ ਪੇਨ ਹੋ ਰਹੀ ਹੈ, ਛਾਤੀ ਭਾਰੀ ਹੋ ਰਹੀ ਹੈ, ਜਾਂ ਤੁਹਾਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ ਪੌੜੀਆਂ ਚੜ੍ਹਦੇ ਸਮੇਂ, ਤਾਂ ਜਾਂ ਕਿਸੇ ਹੋਰ ਕਾਰਨ ਕਰਕੇ ਸਾਹ ਦੇ ਵਿੱਚ ਤਕਲੀਫ ਹੋ ਰਹੀ ਹੈ, ਤਾਂ ਤੁਸੀਂ ਇਹਨਾਂ ਸਿੰਪਟਮਸ ਨੂੰ ਤੁਸੀਂ ਇਗਨੋਰ ਨਾ ਕਰੋ ਔਰ ਆਪਣੇ ਡਾਕਟਰ ਦੇ ਨਾਲ ਜ਼ਰੂਰ ਰਾਬਤਾ ਕਰੋ। ਬੇਸ਼ੱਕ ਤੁਹਾਨੂੰ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਨਹੀਂ ਆਏ, ਪਰ ਅਗਾਊਂ ਫਿਊਚਰ ਦੇ ਵਿੱਚ ਨਾ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਤਾਂ ਆਪਣੇ ਡਾਕਟਰ ਦੇ ਨਾਲ, ਫੈਮਿਲੀ ਡਾਕਟਰ ਦੇ ਨਾਲ ਜ਼ਰੂਰ ਰਾਬਤਾ ਕਰੋ। ਜੀ, ਸੋ ਡਾਕਟਰ ਸਾਹਿਬ, ਇੱਕ ਹੋਰ ਜਿਹੜਾ ਸਵਾਲ, ਅਹਿਮ ਸਵਾਲ ਹੈ, ਹਾਈ ਬਲੱਡ ਪ੍ਰੈਸ਼ਰ। ਹਾਈ ਬਲੱਡ ਪ੍ਰੈਸ਼ਰ ਜਦੋਂ ਆਪਾਂ ਨਾਰਮਲੀ ਕਿਸੇ ਨਾਲ ਕਹਿੰਦੇ ਨਾ, ਕਿਸੇ ਨਾਲ ਕੋਈ ਲੜਾਈ ਝਗੜਾ ਹੋ ਗਿਆ ਜਾਂ ਕੋਈ ਮਨਮਟਾਵ ਹੋ ਗਿਆ, ਤਾਂ ਕਹਿੰਦੇ ਵੀ ਇਹਨੂੰ ਗੁੱਸਾ ਚੜ ਗਿਆ, ਇਹਦਾ ਜਿਹੜਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ। ਸੋ ਇਹ ਮੈਡਮ ਸਾਡੀ, ਜਿਵੇਂ ਖਾਸ ਕਰਕੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂ, ਕਿਉਂਕਿ ਸਾਡੀਆਂ ਜੜ੍ਹਾਂ ਜਿਹੜੀਆਂ ਭਾਰਤ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਤਾਂ ਸਾਡੇ ਅੰਦਰ ਗੁੱਸੇ ਦਾ ਜਿਹੜਾ ਸੁਭਾਅ ਹੈ ਨਾ, ਉਹ ਬੜਾ ਕੁੱਟ-ਕੁੱਟ ਕੇ ਭਰਿਆ ਹੋਇਆ। ਹੁਣ ਇਹ ਕਿਉਂ ਆ, ਇਹਦੇ ਬਾਰੇ ਨਹੀਂ ਮੈਂ ਕਹਿ ਸਕਦਾ, ਲੇਕਿਨ ਗੁੱਸਾ ਆਉਣਾ
ਤੁਸੀਂ ਕੀ ਸਮਝਦੇ ਹੋ ਕਿ ਇਹ ਵੀ ਹਾਈ ਬਲੱਡ ਪ੍ਰੈਸ਼ਰ ਦੀ ਨਿਸ਼ਾਨੀ ਹੋ ਜਾਂਦੀ ਹੈ? ਬਿਲਕੁਲ ਹੈ, ਨਿਸ਼ਾਨੀ ਨਹੀਂ ਹੈ। ਗੁੱਸੇ ਨਾਲ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਅੱਛਾ, ਹੈ। ਜੇ ਗੁੱਸਾ ਆਉਂਦਾ ਤਾਂ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਅਗੇਨ ਜਿਵੇਂ ਮੈਂ ਕਿਹਾ, ਕਈ ਵਾਰੀ 90% ਤਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਕਿਉਂ ਹੋ ਰਿਹਾ ਹੈ। ਉਹ ਸਿਰਫ ਤੁਹਾਡੇ ਜਿਵੇਂ ਹੁੰਦੇ ਨਾ, ਆਂਤੜੀਆਂ ਤੁਹਾਡੀਆਂ ਹਾਰਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਂਤੜੀਆਂ ਨਹੀਂ, ਬਲੱਡ ਵੈਸਲਸ, ਜਿਵੇਂ ਨਾੜੀਆਂ ਹੋਈਆਂ ਬਲੱਡ ਦੀਆਂ, ਉਹ ਹਾਰਡ ਹੋ ਜਾਣ ਤੇ ਹਾਰਟ ਨੂੰ ਬਹੁਤ ਜ਼ੋਰ ਲਗਾ ਕੇ ਪੰਪ ਕਰਨਾ ਪੈਂਦਾ ਹੈ ਬਲੱਡ, ਹੈ ਨਾ, ਤੇ ਉਸ ਕਰਕੇ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ। ਤੇ ਜੇ ਆਪਾਂ ਡਾਈਟ ਦੀ ਗੱਲ ਕਰੀਏ, ਜੋ ਲੋਕ ਸਾਲਟ ਜ਼ਿਆਦਾ ਖਾਂਦੇ ਨੇ, ਨਮਕ ਜ਼ਿਆਦਾ ਖਾਂਦੇ ਨੇ, ਉਹਨਾਂ 'ਚ ਬਲੱਡ ਪ੍ਰੈਸ਼ਰ ਹਾਈ ਹੋਣ ਦੇ ਚਾਂਸ ਜ਼ਿਆਦਾ ਨੇ। ਜਿਵੇਂ ਆਪਾਂ ਨੂੰ ਬਹੁਤ ਸ਼ੌਕ ਹੈ, ਆਪਾਂ ਚਾਹ ਪਕੌੜੇ ਖਾਏ, ਅਚਾਰ, ਰੋਟੀ ਜਿਹੜੀ ਅਚਾਰ ਤੋਂ ਬਣਾਉਣੀ, ਅਚਾਰ ਹੈ ਨਾ, ਅਚਾਰ ਇਜ਼ ਬਿਗ ਕਲਪਰੇਟ ਉੱਥੇ। ਤੇ ਜਿਹੜੇ ਚਿਪਸ ਕ੍ਰਿਸਪ ਹੋਏ ਹੈ ਨਾ, ਉਹਨਾਂ 'ਚ ਵੀ ਨਮਕ ਹੁੰਦਾ ਹੈ ਬਹੁਤ। ਤੇ ਤੁਸੀਂ ਧਿਆਨ ਰੱਖਣਾ, ਜਿਵੇਂ ਨਮਕੀਨ ਖਾਣਾ ਜੀ, ਚਾਹ ਦੇ ਨਾਲ ਨਮਕੀਨ ਖਾ ਲਈ। ਔਰ ਸਾਨੂੰ ਕਈ ਵਾਰੀ ਆਦਤ ਹੁੰਦੀ ਹੈ, ਜਿਵੇਂ ਹੁਣ ਆਪਾਂ ਕਾਸਕੋ ਜਾਂ ਇੱਧਰ ਉੱਧਰ ਸਟੋਰ 'ਚ ਜਾਂਦੇ ਹਾਂ ਤਾਂ ਫਰਾਈਜ਼ ਲੈ ਲਈਆਂ, ਤਾਂ ਫਰਾਈਜ਼ ਦੇ ਉੱਪਰ ਵੀ ਛਿੜਕੇ ਹੁੰਦਾ ਹੈ। ਚੀਜ਼ 'ਚ ਬਹੁਤ ਜ਼ਿਆਦਾ ਨਮਕ ਹੁੰਦਾ ਹੈ। ਚੀਜ਼ ਘੱਟ ਖਾਣੀ ਚਾਹੀਦੀ ਹੈ, ਸਪੈਸ਼ਲੀ ਜਿਹੜੀ ਪ੍ਰੋਸੈਸਡ ਚੀਜ਼ ਹੁੰਦੀਆਂ ਨੇ, ਹੈ ਨਾ। ਇਹਨਾਂ ਸਾਰਿਆਂ 'ਚ ਨਮਕ, ਤੇ ਨਮਕ ਜ਼ਿਆਦਾ ਖਾਂਦੇ ਆ ਤਾਂ ਫਿਰ ਉਸ ਦੇ ਨਾਲ ਕੀ ਹੁੰਦਾ ਹੈ ਕਿ ਫਿਰ ਬਲੱਡ ਪ੍ਰੈਸ਼ਰ ਵਧਣ ਦੇ ਚਾਂਸਸ ਹੁੰਦੇ ਨੇ। ਇਸ ਲਈ ਜਿਸ ਨੂੰ ਕੋਈ ਹਾਈ ਬਲੱਡ ਪ੍ਰੈਸ਼ਰ ਹੋਏ, ਅਗੇਨ ਗੋ ਟੂ ਯੋਰ ਡਾਕਟਰ, ਆਪਣਾ ਚੈੱਕਅਪ ਕਰਾਓ। ਜੇ ਗੋਲੀ ਦੀ ਲੋੜ ਹੈ ਉਹ ਗੋਲੀ ਦੇਣਗੇ, ਬਟ ਬਲੱਡ ਪ੍ਰੈਸ਼ਰ ਘੱਟ ਕਰਨ ਲਈ ਡਾਈਟ ਉਹੀ ਹੈ ਸਾਰੀ ਜਿਹੜੀ ਆਪਾਂ ਜਨਰਲ ਕੀਤੀ ਹੈ ਕਿ ਐਵੇਂ ਖਾਣੀ ਹੈ। ਤੁਸੀਂ ਖੂਬ ਸਾਰੇ ਫਲ ਫਰੂਟ ਖਾਣੇ ਨੇ, ਰੋਟੀ ਘੱਟ ਖਾਣੀ ਹੈ, ਪ੍ਰੋਟੀਨ ਖਾਣਾ ਹੈ, ਘਿਓ ਘੱਟ ਖਾਣਾ ਹੈ, ਪਰ ਸਾਲਟ ਵੀ ਘੱਟ ਖਾਣਾ ਹੈ ਜੇ ਬਲੱਡ ਪ੍ਰੈਸ਼ਰ ਘੱਟ ਕਰਨਾ ਹੈ। ਪਲੱਸ ਰੈਗੂਲਰ ਐਕਸਰਸਾਈਜ਼ ਇਜ਼ ਵੈਰੀ ਇੰਪੋਰਟੈਂਟ। ਆਮ ਬੰਦੇ ਨੂੰ ਜਦੋਂ ਬਲੱਡ ਪ੍ਰੈਸ਼ਰ, ਮੰਨ ਲਓ ਕਿ ਕਿਸੇ ਨੂੰ, ਮੈਂ ਆਪਣੀ ਗੱਲ ਕਰਾਂ ਕਿ ਮੈਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਹੈ, ਤਾਂ ਮੇਰੇ ਲਈ ਵੀ ਉਨਾ ਹੀ ਜ਼ਰੂਰੀ ਹੈ ਕਿ ਮੈਂ ਆਪਣੀ ਡਾਈਟ ਔਰ ਨਮਕ ਦੇ ਉੱਪਰ ਕੰਟਰੋਲ ਕਰਾਂ। ਬਿਲਕੁਲ ਜੀ, ਕਿਉਂਕਿ ਆਪਾਂ ਇੱਕ ਜਨਰਲ, ਆਪਾਂ ਪ੍ਰੀਵੈਂਸ਼ਨ ਦੀ ਗੱਲ ਕਰ ਰਹੇ ਹਾਂ। ਦੇਖੋ, ਆਪਾਂ ਇਹ ਨਹੀਂ ਕਹਿ ਰਹੇ ਤੁਸੀਂ ਟ੍ਰੀਟ ਕਿਵੇਂ ਕਰ ਰਹੇ ਹੋ, ਆਪਾਂ ਨੇ ਪ੍ਰੀਵੈਂਟ ਵੀ ਕਰਨਾ ਹੈ, ਪਰਹੇਜ਼ ਵੀ ਕਰਨਾ। ਤੇ ਤੁਸੀਂ ਸਾਰਾ ਕੁਝ ਜੇ ਮੋਡਰੇਸ਼ਨ 'ਚ ਖਾਓਗੇ ਤੇ ਫਿਰ ਆਬਵੀਅਸਲੀ ਫਿਰ ਇਹ ਸਾਰੀ ਬਿਮਾਰੀਆਂ ਦਾ ਰਿਸਕ ਤੁਹਾਨੂੰ ਘੱਟ ਹੋ ਜਾਏਗਾ। ਆਮ ਤੌਰ ਤੇ ਮੈਡਮ ਵਹਿਮ ਇਹ ਹੁੰਦਾ ਕਿ ਜੇ ਕਹਿੰਦੇ ਵੀ ਆਪਾਂ ਨਮਕ ਜ਼ੀਰੋ ਕਰਦੀ, ਮੰਨ ਲਓ ਆਪਾਂ ਬਿਲਕੁਲ ਨਮਕ ਨਹੀਂ ਖਾਂਦੇ, ਤੇ ਉਹਦੇ ਨਾਲ ਵੀ ਕਹਿੰਦੇ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਓਕੇ ਜੀ, ਦੇਖੋ, ਨਮਕ ਆਪਾਂ ਜ਼ੀਰੋ ਨਹੀਂ ਕਰ ਸਕਦੇ। ਸਿੰਪਲ ਰੀਜ਼ਨ, ਈਵਨ ਜਿਹੜੇ ਤੁਸੀਂ ਫਲ ਤਾਂ ਨਹੀਂ ਬੋਲੂੰਗੀ, ਸਬਜ਼ੀਆਂ ਮੇਨਲੀਆਂ ਹੁੰਦੀਆਂ ਨਾ, ਜਾਂ ਜਿਵੇਂ ਤੁਸੀਂ ਅਨਾਜ ਕਣਕ ਖਾਂਦੇ, ਉਹਨਾਂ 'ਚ ਇਨਹਰੈਂਟ ਨਮਕ ਹੁੰਦਾ ਹੈ ਥੋੜਾ ਜਿਹਾ। ਠੀਕ ਹੈ। ਤੇ ਤੁਸੀਂ ਆਪਣੀ, ਅਸੀਂ ਕਹਿੰਦੇ ਆ ਕਿ ਨਮਕ ਇਨਟੇਕ ਤੁਸੀਂ ਜ਼ੀਰੋ ਨਹੀਂ ਕਰ ਸਕਦੇ, ਹੈ ਨਾ, ਉਹ ਨਹੀਂ ਹੈ। ਬਟ ਹਾਂ, ਇਹ ਹੈ ਨਮਕ ਦੇ ਨਾਲ ਇੱਕ ਹੋਰ ਹੁੰਦਾ ਜਿਹਨੂੰ ਆਪਾਂ ਪੋਟਾਸੀਅਮ ਕਹਿੰਦੇ ਆ, ਪੋਟਾਸ਼ੀਅਮ। ਉਹ ਜੇ ਘੱਟ ਹੋ ਜਾਏ ਤੇ ਫਿਰ ਉਹਦੀ ਆਪਣੀ ਪ੍ਰੋਬਲਮਸ ਹੋ ਸਕਦੀਆਂ। ਆਪਾਂ ਉਹ ਫਿਰ ਹੁਣ ਡਿਫਰੈਂਟ ਡਾਇਰੈਕਸ਼ਨ 'ਚ ਜਾਣਾ ਸ਼ੁਰੂ ਹੋ ਗਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਮੈਡਮ ਆਪਾਂ ਇਹਨਾਂ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਉੱਪਰ ਆਪਾਂ ਕੰਟੀਨਿਊਟੀ ਕਰਾਂਗੇ, ਪਰ ਅੱਜ ਜੋ ਅਸੀਂ ਫੋਕਸ ਕਰੀਏ ਹਾਰਟ ਅਟੈਕ ਤੇ। ਹਾਂਜੀ, ਤੇ ਮੈਂ ਇੱਕ ਮੇਨ ਚੀਜ਼ ਕਹਾਂਗੀ, ਜੇ ਤੁਸੀਂ ਬਲੱਡ ਪ੍ਰੈਸ਼ਰ ਕੰਟਰੋਲ ਕਰਨਾ ਹੈ, ਸ਼ੂਗਰ ਕੰਟਰੋਲ ਕਰਨੀ ਹੈ, ਜਾਂ ਕੋਲੇਸਟ੍ਰੋਲ ਕੰਟਰੋਲ ਕਰਨਾ ਹੈ, ਤੇ ਉਸ ਲਈ ਤੁਸੀਂ ਆਪਣਾ weight ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਠੀਕ ਹੈ। ਹਾਂਜੀ, ਅੱਛਾ, ਇੱਕ ਤਾਂ ਹੁਣ ਨਮਕ ਦੀ ਗੱਲ ਹੋ ਗਈ, ਔਰ ਮੈਂ ਕਿਉਂਕਿ ਤੁਸੀਂ ਡਾਕਟਰ ਹੋ, MD ਕੀਤੀ ਹੈ, ਔਰ ਤੁਸੀਂ UK ਭਾਰਤ ਫਿਰ ਇੱਥੇ ਆਏ ਆ, ਤੁਹਾਡਾ ਤਜਰਬਾ ਕੀ ਕਹਿੰਦਾ ਕਿਹੜਾ ਨਮਕ ਹੈ ਜਿਹੜਾ ਉਹ ਖਾਣਾ ਚਾਹੀਦਾ? ਦੇਖੋ ਜੀ, ਮੈਨੂੰ ਇਹ ਵੀ ਡਾਈਟ ਦੇ ਬਾਰੇ ਮੈਂ ਨਾਲ ਦੀ ਨਾਲ ਦਰਸ਼ਕਾਂ ਨੂੰ, ਜੇ ਤੁਸੀਂ ਕੀ ਰეკਮੈਂਡ ਕਰਦੇ ਹੋ? ਦੇਖੋ ਜੀ, ਹਾਂਜੀ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਡਾਕਟਰ ਸਾਹਿਬ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਕੋਲੇਸਟ੍ਰੋਲ ਬਾਰੇ। ਜੀ ਜੀ, ਜ਼ਰੂਰ ਕਰੋ, ਤੁਸੀਂ ਉਹ ਸੁਣ ਰਹੇ ਨੇ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਮੈਨੂੰ 9-10 ਸਾਲ ਹੋ ਗਏ ਜਿਵੇਂ ਮੈਂ ਬਲੱਡ ਟੈਸਟ ਕਰਾਉਣਾ, ਹਰੇਕ ਵਾਰੀ ਡਾਕਟਰ ਕਹਿੰਦੇ ਸੀ ਜਿਹੜਾ ਮੇਰਾ ਕੋਲੇਸਟ੍ਰੋਲ ਦਾ ਜਿਵੇਂ ਉਹ ਬਾਰਡਰ ਲਾਈਨ ਤੇ ਹੁੰਦਾ। ਜਿਵੇਂ ਹੁਣ ਮੈਂ ਰੀਸੈਂਟਲੀ ਚੈੱਕ ਕਰਾਇਆ, ਜਿਹੜਾ ਬੈਡ ਆ ਉਹਨਾਂ ਨੇ ਕਿਹਾ ਵੀ 4.17 ਆ। 4.17 ਇਹ ਜ਼ਿਆਦਾ ਬੈਡ ਆ ਬੋਡੀ ਲਈ, ਕਿਉਂਕਿ ਮੇਰੀ ਉਮਰ 38 ਈਅਰ। ਤੁਸੀਂ 4.17 ਹੈ ਜਿਹੜਾ ਇਹ ਬੈਡ ਕੋਲੇਸਟ੍ਰੋਲ ਦਾ ਤੁਸੀਂ ਮਾਤਰਾ ਦੱਸੀ ਹੈ? ਹਾਂਜੀ, 4.17 ਬੈਡ ਆ, ਜਿਹੜਾ ਗੁੱਡ ਆ ਉਹ ਤਾਂ ਕਹਿੰਦੇ ਠੀਕ ਆ। ਉਹ ਠੀਕ ਹੈ, ਗੁੱਡ ਠੀਕ ਆ ਰਿਹਾ, ਤੇ ਇਹ ਤੁਹਾਡਾ 4.17 ਹੈ। ਤੇ ਉਮਰ ਤੁਸੀਂ ਆਪਣੀ ਕਿੰਨੀ ਦੱਸੀ ਹੈ? 38 ਤੁਹਾਡੀ ਉਮਰ ਹੈ। ਤੇ ਕੀ ਭਾਈ ਸਾਹਿਬ ਤੁਸੀਂ ਕੀ ਕੰਮ ਕਰਦੇ ਹੋ? ਮੈਂ ਟਰੱਕ ਚਲਾਉਂਦਾ। ਠੀਕ ਹੈ ਜੀ, ਬਹੁਤ ਸ਼ੁਕਰੀਆ, ਤੁਹਾਡਾ ਸਵਾਲ ਬੜਾ ਵੈਲਿਡ ਹੈ, ਔਰ ਆਫ ਦੀ ਏਅਰ ਤੁਸੀਂ ਡਾਕਟਰ ਸਾਹਿਬ ਤੋਂ ਆਨਸਰ ਵੀ ਪ੍ਰਾਪਤ ਕਰ ਸਕਦੇ ਹੋ। ਬਹੁਤ ਸ਼ੁਕਰੀਆ ਕਾਲ ਕਰਨ ਲਈ। ਹਾਂਜੀ, ਸੋ ਇਹਨਾਂ ਨੇ ਜਿਹੜਾ ਸਵਾਲ ਕੀਤਾ ਹੈ, ਇਹ ਹੈ ਜਿਹੜਾ ਸਾਡੀ ਕਮਿਊਨਿਟੀ 'ਚ ਮੇਨ ਹੈ। ਤੁਹਾਡਾ ਸਿਡੈਂਟਰੀ ਲਾਈਫ ਸਟਾਈਲ ਹੈ, ਟਰੱਕ ਚਲਾ ਰਹੇ ਹੋ, ਆਪਾਂ ਗੱਲ ਨਹੀਂ ਕਰ ਰਹੇ, ਆਪਾਂ ਵੀ ਕੈਨ ਆਸਕ ਡਾਈਟ ਕਿਹੋ ਜੀ ਹੈ, ਫਿਜ਼ੀਕਲ ਐਕਟੀਵਿਟੀ ਕਿੰਨੀ ਹੈ ਇਹਨਾਂ ਦੀ।
ਪਲੱਸ ਜਿਵੇਂ ਮੈਂ ਕਿਹਾ ਕੋਲੈਸਟਰੋਲ ਬਾਈ ਇਟਸੈਲਫ ਹਾਰਟ ਅਟੈਕ ਦਾ ਰਿਸਕ ਹੈ, ਬਟ ਹੋਰ ਵੀ ਬਹੁਤ ਸਾਰੇ ਫੈਕਟਰਸ ਇਕੱਠੇ ਹੋ ਜਾਂਦੇ ਨੇ ਹਾਰਟ ਅਟੈਕ ਦਾ ਰਿਸਕ ਜਿਹੜਾ ਵਧਾਉਂਦੇ ਨੇ, ਠੀਕ ਹੈ। ਤੇ ਆਪਾਂ ਜਦ ਕਿਸੇ ਦਾ ਵੀ ਰਿਸਕ ਕੈਲਕੂਲੇਟ ਕਰਦੇ ਹਾਂ ਹਾਰਟ ਅਟੈਕ ਦਾ, ਇਹ ਸਪੈਸ਼ਲ ਕੈਲਕੂਲੇਟਰਸ ਹੁੰਦੇ ਨੇ, ਹਾਰਟ ਰਿਸਕ ਕੈਲਕੂਲੇਟਰਸ ਜਿਹੜੇ ਡਾਕਟਰਸ ਯੂਜ਼ ਕਰਦੇ ਨੇ, ਉਹਦੇ 'ਚ ਆਪਾਂ ਪਾਉਂਦੇ ਹਾਂ ਤੁਹਾਡਾ ਮੇਲ ਸੈਕਸ ਹੈ ਕਿ ਫੀਮੇਲ। ਮੇਲਸ ਨੂੰ ਹਾਰਟ ਅਟੈਕ ਦਾ ਜ਼ਿਆਦਾ ਰਿਸਕ ਹੁੰਦਾ ਹੈ ਫੀਮੇਲਸ ਤੋਂ, ਤੇ ਹਾਂ ਮਰਦਾਂ ਨੂੰ ਦੇ ਮੁਕਾਬਲੇ ਮਰਦਾਂ ਨੂੰ ਰਿਸਕ ਜ਼ਿਆਦਾ ਹਾਰਟ ਅਟੈਕ। ਬਿਲਕੁਲ ਜੀ। ਤੇ ਔਰਤਾਂ ਨੂੰ 50-55 ਦੇ ਬਾਅਦ ਜਦ ਇੱਕ ਵਾਰੀ ਉਹਨਾਂ ਦੇ ਪੀਰੀਅਡ ਖਤਮ ਹੋ ਜਾਂਦੇ ਨੇ, ਉਹਨਾਂ ਦਾ ਰਿਸਕ ਵੀ ਉਨਾ ਹੀ ਹੋ ਜਾਂਦਾ ਹੈ ਜਿੰਨਾ ਮਰਦਾਂ ਦਾ ਹੈ, ਠੀਕ ਹੈ। ਤੇ ਫੀਮੇਲ ਹਾਰਮੋਨ ਥੋੜੇ ਜਿਹੇ ਪ੍ਰੋਟੈਕਟਿਵ ਹੁੰਦੇ ਨੇ। ਜੇ ਤੁਹਾਡੀ ਫੈਮਿਲੀ 'ਚ ਹੈ ਨਾ, ਫਿਰ ਤੁਹਾਡਾ ਰਿਸਕ ਵੱਧ ਜਾਏਗਾ। ਜੇ ਬਲੱਡ ਪ੍ਰੈਸ਼ਰ ਇਹਨਾਂ ਦਾ ਕਿੰਨਾ ਮੈਨੂੰ ਨਹੀਂ ਪਤਾ ਹੈ ਨਾ, ਉਹ ਫਿਰ ਰਿਸਕ ਵੱਧ ਜਾਏਗਾ। ਸ਼ੂਗਰ ਹੈ ਕਿ ਨਹੀਂ, ਠੀਕ ਹੈ। ਤੇ ਇਹ ਸਾਰਾ ਫਿਰ ਇਹਨਾਂ ਕੋਲੈਸਟਰੋਲ ਗੁੱਡ ਬੈਡ ਦਾ ਮੈਂ ਕਿਹਾ ਇਹ, ਪਰ ਜਿਵੇਂ ਬੈਡ ਕਹਿ ਰਹੇ ਨੇ 4.17, ਇਹ ਡੈਫੀਨੇਟਲੀ ਹਾਇਰ ਦੀ ਤਰਫ ਹੈ, ਬਟ ਇਹਨਾਂ ਦਾ ਹੋਰ ਹਿਸਟਰੀ ਲੈਣ ਦੀ ਜ਼ਰੂਰਤ ਹੈ ਕੀ ਨਹੀਂ। ਤੇ ਇਹਨਾਂ ਦਾ ਰਿਸਕ ਕਹਿਣਾ ਹੈ ਇਮੀਡੀਏਟਲੀ ਆਪਾਂ ਕਹਿੰਦੇ ਆ ਕਿ ਜੇ ਰਿਸਕ ਤੁਹਾਡਾ ਲੋ ਰਿਸਕ ਹੈ ਉਸ ਕੈਲਕੂਲੇਟਰ 'ਚ, ਤੇ ਆਪਾਂ ਕਹਿੰਦੇ ਆ ਕਿ ਪਹਿਲੇ ਥੋੜਾ ਲਾਈਫ ਸਟਾਈਲ, ਡਾਇਟ, ਐਕਸਰਸਾਈਜ਼, ਸਟ੍ਰੈਸ ਮੈਨੇਜਮੈਂਟ ਇਹ ਸਭ ਸ਼ੁਰੂ ਕਰੋ। ਇਹਦੇ ਨਾਲ ਕੋਲੈਸਟਰੋਲ ਜੇ ਨਹੀਂ ਹੁੰਦਾ ਇਹਦੇ ਨਾਲ ਘੱਟ, ਫਿਰ ਤੁਹਾਨੂੰ ਗੋਲੀ ਪਾਣੀ ਪੈਣੀ ਹੈ ਜਿਹੜੀ ਕੋਲੈਸਟਰੋਲ ਘੱਟ ਕਰਦੀ ਹੈ ਜੀ। ਸੋ ਜਿਹੜਾ 4.17 ਉਹਨਾਂ ਨੇ ਦੱਸਿਆ ਉਹ ਹੋਇਆ, ਤਾਂ ਤੁਹਾਡੇ ਮੁਤਾਬਕ ਕੀ ਹੈ ਕਿ ਇਹ ਜਿਹੜਾ ਹੈ ਆਪਣੇ ਆਪ ਦੇ ਵਿੱਚ ਉੱਪਰ ਨੂੰ ਜਾ ਰਿਹਾ ਜਾਂ ਰਿਸਕ ਦੇ ਵੱਲ ਵੱਧ ਗਿਆ ਜਾਂ ਰਿਸਕ ਬਣਿਆ ਹੋਇਆ? ਇਹ 4.17 ਥੋੜਾ ਹਾਇਰ ਸਾਈਡ ਤੇ ਹੈ ਬੈਡ ਕੋਲੈਸਟਰੋਲ ਡੈਫੀਨੇਟਲੀ, ਬਟ ਲਾਈਕ ਮੈਂ ਕਿਹਾ ਕਿ ਬਾਕੀ ਇਹਨਾਂ ਦਾ ਸਾਰਾ ਪਤਾ ਕਰਕੇ ਇੱਕ ਕੈਲਕੂਲੇਟਰ ਅਸੀਂ ਯੂਜ਼ ਕਰਦੇ ਹਾਂ, CVD ਰਿਸਕ ਕੈਲਕੂਲੇਟਰ ਕਹਿੰਦੇ ਆ ਉਹਨੂੰ, ਕਿ ਉਹ ਦੱਸਦਾ ਕਿ ਅਗਲੇ 10 ਸਾਲ 'ਚ ਤੁਹਾਡਾ ਕਿੰਨੇ % ਚਾਂਸ ਹੈ ਕਿ ਤੁਹਾਨੂੰ ਹਾਰਟ ਅਟੈਕ ਹੋਏਗਾ। ਫਿਰ ਉਹ ਪਾ ਕੇ ਫਿਰ ਆਪਾਂ ਉਹਨਾਂ ਦਾ ਟ੍ਰੀਟਮੈਂਟ ਡਿਸਾਈਡ ਕਰਦੇ ਹਾਂ। ਸੋ ਹਾਈ ਬਲੱਡ ਪ੍ਰੈਸ਼ਰ ਦੀ ਆਪਾਂ ਗੱਲ ਕਰ ਰਹੇ ਸੀ, ਟਾਈਮ ਸਾਡੇ ਕੋਲੇ 3-4 ਮਿੰਟ ਬਾਕੀ ਨੇ, ਤੇ ਹਾਈ ਬਲੱਡ ਪ੍ਰੈਸ਼ਰ ਦਾ ਜੇ ਆਪਾਂ ਨਮਕ ਤੋਂ ਬਿਨਾਂ ਹੋਰ ਕਿਹੜੀਆਂ ਚੀਜ਼ਾਂ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਰੋਕ ਸਕਦੇ ਹਾਂ? ਔਰ ਜੇ ਅਗਰ ਕਿਸੇ ਨੂੰ ਇਹ ਸਿੰਪਟਮ ਨਜ਼ਰ ਆ ਰਿਹਾ ਕਿ ਮੈਨੂੰ ਹਾਈ ਬਲੱਡ ਪ੍ਰੈਸ਼ਰ ਆ ਜਾਂ ਡਾਕਟਰ ਨੇ ਕਹਿਤਾ, ਤਾਂ ਕੀ ਸਾਡੀ ਡਾਈਟ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੀ ਹੈ? ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਜਿਹੜਾ ਤੁਸੀਂ ਦੱਸਿਆ ਸੀ ਕਿ ਸਾਡੇ ਜਿਹੜੇ 4-5 ਕਾਰਨ ਹੈ, ਹਾਈ ਬਲੱਡ ਪ੍ਰੈਸ਼ਰ ਦੇ ਨਾਲ ਵੀ ਹਾਰਟ ਅਟੈਕ ਦਾ ਹੋਣਾ ਜਿਹੜਾ ਉਹ ਖਤਰੇ ਦਾ ਕਾਰਨ ਵੱਧ ਜਾਂਦਾ ਹੈ। ਬਿਲਕੁਲ ਜੀ। ਤੇ ਜਿਵੇਂ ਮੈਂ ਕਹਿ ਚੁੱਕੀ ਹਾਂ ਕਿ ਇੱਕ ਹੈਲਦੀ ਵੈਲ ਬੈਲੈਂਸ ਡਾਈਟ ਖਾਣਾ ਬਹੁਤ ਜ਼ਰੂਰੀ ਹੈ, ਵਿਚ ਇਜ਼ ਲੋ ਸਾਲਟ। ਇੱਕ ਸਪੈਸ਼ਲ ਆਪਾਂ ਇਸ ਡਾਈਟ ਨੂੰ ਕਹਿੰਦੇ ਆ ਡੈਸ਼ ਡਾਈਟ ਹੁੰਦੀ ਹੈ ਜਿਹੜੀ ਹਾਈ ਬਲੱਡ ਪ੍ਰੈਸ਼ਰ ਲਈ ਆਪਾਂ ਰეკਮੈਂਡ ਕਰਦੇ ਹਾਂ। ਬਟ ਅਗੇਨ ਉਹ ਅਸੈਂਸ਼ੀਅਲੀ ਕੀ ਹੈ ਦੇਖਿਆ ਜਾਏ ਤਾਂ ਉਹੀ ਹੈ ਜੋ ਮੈਂ ਦੱਸਿਆ ਹੈ, ਖੂਬ ਸਾਰੇ ਫਰੈਸ਼ ਫਰੂਟਸ, ਵੈਜੀਟੇਬਲਸ, ਲਿਮਿਟਿਡ ਕਾਰਬੋਹਾਈਡਰੇਟ। ਜੇ ਕਾਰਬੋਹਾਈਡਰੇਟ ਖਾਣਾ ਹੈ ਤਾਂ ਹੋਲ ਗ੍ਰੇਨ ਖਾਣਾ ਹੈ, ਮੋਸਟਲੀ ਪ੍ਰੋਟੀਨ ਆਪਣਾ ਲਿਮਿਟਿਡ ਖਾਓ, ਤੇ ਫੈਟ ਬਿਲਕੁਲ ਲਿਮਿਟ, ਤੇ ਨਮਕ ਘੱਟ। ਅੱਛਾ, ਜਿਨ੍ਹਾਂ ਦਾ ਹਾਈ ਬਲੱਡ ਪ੍ਰੈਸ਼ਰ ਆ ਉਹਨਾਂ ਨੂੰ ਪ੍ਰੋਟੀਨ ਦੇ ਵਿੱਚ ਵੀ ਲਿਮਿਟ ਰੱਖਣੀ ਚਾਹੀਦੀ ਹੈ? ਨਹੀਂ, ਮਤਲਬ ਪ੍ਰੋਟੀਨ ਆਪਾਂ ਕਹਿੰਦੇ ਆ ਕਿ ਯੂਜੂਅਲੀ ਆਪਾਂ ਕਹਿੰਦੇ ਆ 1 ਗ੍ਰਾਮ ਪਰ kg ਬੋਡੀ weight ਦੇ ਹਿਸਾਬ ਨਾਲ ਹੁੰਦਾ ਹੈ। ਤੇ ਜਿਵੇਂ ਮੈਂ ਕਿਹਾ, ਆਪਾਂ ਦੇਖੋ ਜੇ ਹੈਲਥ ਕੈਨੇਡਾ ਨੇ ਬਹੁਤ ਸੋਹਣੀ ਇੱਕ ਫੂਡ ਗਾਈਡ ਬਣਾਈ ਹੈ। ਉਹਨਾਂ ਨੇ ਦੱਸਿਆ ਕਿ ਤੁਸੀਂ ਹਰ ਚੀਜ਼ ਮਾਪਣੀ ਤੋਲਣੀ ਨਹੀਂ ਹੈ ਕਿੰਨਾ ਖਾਣਾ ਹੈ। ਜਿੰਨਾ ਤੁਸੀਂ ਆਪਣੇ 2 ਹੱਥਾਂ 'ਚ ਫੜ ਸਕਦੇ ਹੋ ਨਾ, ਇੰਨਾ ਤੁਸੀਂ ਸੈਲਡ ਖਾਣਾ ਹੀ ਖਾਣਾ ਹੈ, ਵੈਜੀਟੇਬਲਸ ਖਾਣੀਆਂ ਹੀ ਖਾਣੀਆਂ ਹਰ ਰੋਜ਼, ਹਰ ਮੀਲ 'ਚ, ਚਾਹੇ ਉਹ ਦੁਪਹਿਰੇ ਹੈ ਬਿਲਕੁਲ ਤੇ ਚਾਹੇ ਉਹ ਰਾਤ ਨੂੰ। ਹਾਂਜੀ, ਇੰਨਾ ਸੈਲਡ ਤੁਸੀਂ ਖਾਣਾ ਹੀ ਖਾਣਾ ਹੈ। ਵਾਹ, ਠੀਕ ਹੈ। ਤੇ ਸਾਡੀ ਕਮਿਊਨਿਟੀ ਦੇ ਵਿੱਚ ਤਾਂ ਮੈਡਮ ਜਿਹੜਾ ਸੈਲਡ ਦਾ ਟ੍ਰੈਂਡ ਹੀ ਹੈ। ਹਾਂਜੀ, ਤੇ ਉਹੀ ਆਪਾਂ ਹੌਲੀ ਚੇਂਜ ਕਰਨਾ ਹੈ ਨਾ, ਆਪਾਂ ਉਹੀ ਹੌਲੀ ਚੇਂਜ ਕਰਨਾ ਹੈ ਜੀ। ਤੇ ਉਹੀ ਹੈ। ਤੇ ਫਿਰ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਤੁਹਾਡੀ ਮੁੱਠੀ 'ਚ ਆਉਂਦਾ ਨਾ ਇੰਨਾ ਅਨਾਜ, ਅੱਛਾ ਠੀਕ ਹੈ, ਤੇ ਉਹ ਤੁਹਾਡਾ 1/4 ਪਲੇਟ ਹੋ ਗਈ, ਮਤਲਬ ਇੱਕ ਅੱਧੀ ਰੋਟੀ ਹੋ ਗਈ ਬਸ, ਠੀਕ ਹੈ ਜੀ। ਤੇ ਪ੍ਰੋਟੀਨ ਕਹਿੰਦੇ ਆ ਜਿੰਨਾ ਤੁਹਾਡਾ ਇਹ ਹੱਥ ਦੀ ਹੈ ਨਾ ਤਲੀ ਹੈ, ਮਤਲਬ ਤੁਹਾਡੀ ਆਪਣਾ ਸਾਈਜ਼ ਹੋਏਗਾ, ਮੇਰੀ ਆਪਣਾ ਹੋਏਗਾ, ਠੀਕ ਹੈ। ਤੇ ਇਹ ਤਲੀ 'ਚ ਜਿੰਨਾ ਆਂਦਾ ਹੈ ਇੰਨਾ ਤੁਸੀਂ ਪ੍ਰੋਟੀਨ ਖਾਣਾ ਹੈ। ਇਹਦੇ 'ਚ ਤੁਸੀਂ ਕਟੋਰੀ ਦਾਲ ਖਾ ਸਕਦੇ ਹੋ, ਛੋਲੇ, ਰਾਜਮਾ, ਜੇ ਤੁਸੀਂ ਫਿਸ਼ ਚਿਕਨ ਵਗੈਰਾ ਖਾਂਦੇ ਹੋ ਉਹ ਵੀ ਇੰਨਾ ਇੱਕ ਮੀਟ ਦਾ ਪੋਰਸ਼ਨ, ਦੈਟਸ ਮੋਰ ਦੈਨ ਇਨਫ। ਬਹੁਤ ਚੰਗੇ ਤਰੀਕੇ ਨਾਲ ਤੁਸੀਂ ਸਮਝਾਇਆ ਹੈ ਤਾਂ ਇਹ ਕਿ ਬੁੱਕ ਭਰ ਕੇ, ਜਿਹਨੂੰ ਅਸੀਂ ਪੰਜਾਬੀ ਹਾਂਜੀ ਬੁੱਕ ਭਰ ਕੇ ਸੈਲਡ ਹੈ ਨਾ, ਸੈਲਡ ਦੇ ਵਿੱਚ ਉਹ ਹਰੀਆਂ ਚੀਜ਼ਾਂ ਸਾਰੀਆਂ, ਯੈਸ ਬਿਲਕੁਲ। ਸੋ ਉਸ ਤੋਂ ਬਾਅਦ ਇੱਕ ਮੁੱਠੀ ਭਰ ਕੇ ਅਨਾਜ, ਉਹਦੇ ਵਿੱਚ ਇੱਕ ਅੱਧੀ ਰੋਟੀ ਹੋ ਸਕਦੀ ਹੈ, ਔਰ ਇੱਕ ਤਲੀ ਜਿੰਨਾ ਪ੍ਰੋਟੀਨ ਹੋਣਾ ਚਾਹੀਦਾ, ਔਰ ਜਿਹਦੇ ਵਿੱਚ ਪਨੀਰ ਵਗੈਰਾ
ਹੋ ਸਕਦਾ ਹੈ ਔਰ ਜਿਹਦੇ ਵਿੱਚ ਮੱਛੀ ਜਾਂ ਤੁਸੀਂ ਚਿਕਨ ਦੀ ਗੱਲ ਚਿਕਨ ਆਪਾਂ ਕਹਿੰਦੇ ਰੈੱਡ ਮੀਟ ਜ਼ਿਆਦਾ ਨਹੀਂ ਖਾਣਾ Red ਚਾਹੀਦਾ, ਨਹੀਂ ਘੱਟ ਤੋਂ ਘੱਟ ਖਾਣਾ ਸੋ ਮੈਡਮ ਚਾਹੀਦਾ। ਸਮਾਂ ਹਾਂਜੀ। ਇਜਾਜ਼ਤ ਨਹੀਂ ਦਿੰਦਾ ਔਰ ਤੁਹਾਡੀਆਂ ਗੱਲਾਂ ਔਰ ਤੁਹਾਡੇ ਜਿਹੜੇ ਤਜਰਬੇ ਨੂੰ ਹੋਰ ਸੁਣਦੇ ਜਾਈਏ ਸਾਡਾ ਦਿਲ ਤਾਂ ਕਰਦਾ, ਪਰ ਆਉਣ ਵਾਲੇ ਸਮੇਂ 'ਚ ਜ਼ਰੂਰ ਸੁਣਾਂਗੇ, ਬਿਲਕੁਲ ਜੀ। ਅਸੀਂ ਜਾਣਾਂਗੇ, ਇਕੱਲਿਆਂ ਸੁਣਨਾ ਨਹੀਂ, ਇਹ ਵੀ ਕੋਸ਼ਿਸ਼ ਕਰਾਂਗੇ ਕਿ ਸਾਡੇ ਦਰਸ਼ਕ ਔਰ ਅਸੀਂ ਇੰਪਲੀਮੈਂਟ ਕਰ ਪਾਈਏ ਔਰ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਪਹਿਲੇ ਤੋਂ ਹੀ ਅਸੀਂ ਜਿਹੜਾ ਸੱਦਾ ਪੱਤਰ ਦੇ ਰਹੇ ਹਾਂ ਕਿ ਤੁਸੀਂ ਆਪਣਾ ਸਮਾਂ ਨਿਰਧਾਰਿਤ ਕਰਕੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਿਹੜੀ ਚੰਗੀ ਜਾਣਕਾਰੀ ਹੈ ਜ਼ਰੂਰ ਦਿਓ। ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਵੈਰੀ ਮਚ ਜੀ ਮੈਨੂੰ ਬੁਲਾਉਣ ਲਈ ਇੱਥੇ। ਥੈਂਕ ਯੂ। ਸੋ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ ਸਾਨੂੰ। ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ 7 ਤੋਂ 8 ਹੋਇਆ ਕਰਦਾ, ਜ਼ਰੂਰ ਜੁੜਿਆ ਕਰੋ ਔਰ ਨਾਲ ਦੀ ਨਾਲ ਆਪਣੇ ਸਵਾਲ ਸੁਝਾਅ ਸਾਨੂੰ ਦਿੰਦੇ ਰਿਹਾ ਕਰੋ। ਫੀਡਬੈਕ ਦੀ ਵੀ ਜ਼ਰੂਰਤ ਹੈ ਸਾਨੂੰ। 905 790 9099 ਸਾਡੇ ਸਟੂਡੀਓ ਦੇ ਨੰਬਰ ਹੁੰਦੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਜਿਉਂਦੇ ਰਹੋ, ਵਸਦੇ ਰਹੋ। ਸ਼ਬਾ ਖੈਰ।